ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਸਰਦਾਰ ਜਸਵੀਰ ਸਿੰਘ ਪੱਟੀ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਤੋਂ ਇਲਾਵਾ ਸਾਡੇ ਤਮਾਮ ਸਟਾਫ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ਾਮਦੀਦ, ਆਦਾਬ, ਨਮਸਤੇ ਤੇ ਪ੍ਰੋਗਰਾਮ ਸ਼ਮਾਦਾਨ ਦਾ ਆਗਾਜ਼ ਕਰਦੇ ਹਾਂ ਜੀ। ਅੱਜ ਦਿਨ ਹੈ ਮੰਗਲਵਾਰ, ਤਰੀਕ ਹੈ 4 ਜਨਵਰੀ, ਸਮਾਂ ਸ਼ਾਮ ਦੇ 6:30 ਦਾ। ਸੋ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਤੁਹਾਡੇ ਤੱਕ ਲਾਈਵ ਪ੍ਰਸਾਰਿਤ ਬਠਿੰਡਾ ਸਟੂਡੀਓ ਤੋਂ ਕੀਤਾ ਜਾਂਦਾ ਹੈ। ਸੋ ਹਮੇਸ਼ਾ ਹੀ ਇਸ ਦਾ ਸਮਾਂ ਭਾਰਤੀ ਸਮੇਂ ਅਨੁਸਾਰ ਹੀ ਰਹਿੰਦਾ ਹੈ। ਸੂਈਆਂ ਅੱਗੇ ਪਿੱਛੇ ਹੋਰ ਦੇਸ਼ਾਂ ਦੀਆਂ ਹੁੰਦੀਆਂ ਰਹਿੰਦੀਆਂ, ਸੋ ਉਹਦੇ ਮੁਤਾਬਕ ਜ਼ਰੂਰ ਕਰ ਲਿਆ ਕਰੋ। ਇਸ ਪ੍ਰੋਗਰਾਮ ਦਾ ਜੇਕਰ ਰਿਪੀਟ ਸੁਣਨਾ ਹੈ ਤਾਂ 10:30 ਵਜੇ, ਨਹੀਂ ਤੁਸੀਂ ਐਂਡਰੋਇਡ ਐਪ ਜਿਹੜੀ ਰੇਡੀਓ ਪੰਜਾਬ ਟੂਡੇ ਦੀ ਆ ਉਹਦੇ ਉੱਤੇ ਤੁਸੀਂ ਇਸ ਨੂੰ ਜਦੋਂ ਚਾਹੋ ਜਿਸ ਟਾਈਮ ਚਾਹੋ ਸੁਣ ਸਕਦੇ ਹੋ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਸਰਦਾਰ ਬਲਬੀਰ ਸਿੰਘ ਉਸਮਾਨਪੁਰ, ਹਰਜਾਪ ਸਿੰਘ ਲੋਸਟ ਹਿੱਲ ਤੇ ਭਰਪੂਰ ਸਿੰਘ ਬਰਾੜ ਬੇਕਰਸਫੀਲਡ ਤੋਂ। ਸੋ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਵਿਸ਼ੇਸ਼ ਸਹਿਯੋਗ ਰਹਿੰਦਾ ਹੈ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਤੇ ਜਗਜੀਤ ਸਿੰਘ ਲੰਡਨ ਦਾ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ, ਪੰਜਾਬੀ ਤੇ ਇੰਗਲਿਸ਼ 'ਚ ਡਿਸਪੈਚ ਕਰਦੇ ਨੇ। ਤੁਸੀਂ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ, ਵੱਧ ਸਮਾਂ ਪਰਿਵਾਰ ਨਾਲ ਬਤੀਤ ਕਰਨਾ ਚਾਹੁੰਦੇ ਹੋ ਤਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਗੁਰਵਿੰਦਰ ਧਾਲੀਵਾਲ ਨਾਲ 2063544060 ਤੇ ਕਾਲ ਕਰ ਸਕਦੇ ਹੋ। 2020 ਸੀਡੀਐਲ ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਦੇ ਵਿੱਚ ਤੁਸੀਂ 7 ਡੇਜ਼ ਆ ਵੀਕ ਸਕੂਲ ਬੱਸ ਡਰਾਈਵਰ ਦੀ ਟ੍ਰੇਨਿੰਗ ਲੈ ਕੇ ਬਹੁਤ ਵਧੀਆ ਕਮਾਈ ਕਰ ਸਕਦੇ ਹੋ। ਬੜੀ ਸ਼ਾਰਟੇਜ ਚੱਲ ਰਹੀ ਹੈ ਅਤੇ ਨਾਲ ਦੀ ਨਾਲ ਹਾਇਰਿੰਗ ਹੋ ਰਹੀ ਹੈ। ਇਸ ਤੋਂ ਇਲਾਵਾ ਤੁਸੀਂ CDL ਕਲਾਸ A, B ਐਂਡ P ਦੀ ਟ੍ਰੇਨਿੰਗ ਤੋਂ ਇਲਾਵਾ ਕਾਰ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਦੀ ਡਰਾਈਵਿੰਗ ਵੀ ਸਿੱਖ ਸਕਦੇ ਹੋ। ਜੇਕਰ ਤੁਸੀਂ ਇਹ ਤੁਹਾਨੂੰ ਫ੍ਰੀ ਸਟੇ ਅਤੇ ਪਿਕ ਐਂਡ ਡਰੋਪ ਦਿੰਦੇ ਨੇ। ਤੁਹਾਡੀ ਜੋ ਟਿਊਸ਼ਨ ਫੀਸ ਹੈ, ਡਰਾਈਵਿੰਗ ਸਕੂਲ ਦੀ ਜੋ ਫੀਸ ਹੈਗੀ ਆ, ਉਹਦੇ ਲਈ ਵੀ ਤੁਹਾਡੀ ਮਦਦ ਕਰਦੇ ਨੇ। ਸਨੀ ਨਾਲ ਸੰਪਰਕ ਕਰ ਲਓ ਜੀ। ਨੰਬਰ ਹੈ 5406560985 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਵਪਾਰਕ ਸੁਨੇਹੇ ਲੈਂਦੇ ਹਾਂ ਅਤੇ ਇਸ ਤੋਂ ਬਾਅਦ ਫਿਰ ਅੱਗੇ ਚੱਲਦੇ ਹਾਂ। ਮੇਰੇ ਨਾਲ ਜੁੜਨਗੇ ਸਰਦਾਰ ਜਸਵੀਰ ਸਿੰਘ ਪੱਟੀ। ਹੁਣੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ, ਵਿਨੀਪੈਗ, ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ। DOT ਸੇਫਟੀ ਇੰਸਪੈਕਸ਼ਨਸ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-459-2000 ਜਾਂ ਫਿਰ ਕਾਲ ਕਰੋ 204-777-0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ?
ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktruckliube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਜੁੜ ਗਏ ਨੇ। ਪੱਟੀ ਸਾਹਿਬ, ਗੁਰਫਤਿਹ ਜੀ, ਸਤਿ ਸ੍ਰੀ ਅਕਾਲ। ਹੈਲੋ, ਇੱਕ ਮਿੰਟ ਜੀ। ਹਾਂਜੀ ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ। ਤੇ ਪੱਟੀ ਸਾਹਿਬ, ਸ਼ੁਰੂਆਤ ਕਰੀਏ ਤਾਂ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਕਿ ਬੀਜੇਪੀ ਤੋਂ ਤਾਂ ਮਾੜੀ ਪਾਰਟੀ ਕੋਈ ਨਹੀਂ ਸੀ। ਤੁਹਾਨੂੰ ਪਤਾ ਵੀ ਪਿੱਛੇ ਜੇ ਤੁਹਾਡੇ ਇੱਥੇ ਅੰਮ੍ਰਿਤਸਰ ਆਏ ਸੀ, ਉਦੋਂ ਗੱਲ ਕਹੀ। ਅਤੇ ਹੁਣ ਕਹਿ ਰਹੇ ਨੇ ਕਿ ਮੋਦੀ ਕੋਲੋਂ ਪੰਜਾਬ ਦੀਆਂ ਮੰਗਾਂ ਪ੍ਰਵਾਨ ਕਰਵਾਉਣ ਦੀ ਅਪੀਲ ਕੀਤੀ ਹੈ, ਅਤੇ ਜਦੋਂ ਨਾਲ ਸੀਗੇ ਉਦੋਂ ਮੰਗਾਂ ਯਾਦ ਨਾ ਆਈਆਂ ਜੀ। ਸਵਾਲ ਤੇ ਇਹੀ ਦਾਨੇ ਵਾਲੀ ਸਵਾਲ ਤੁਸੀਂ ਆਪੇ ਇੱਕ ਜਵਾਬ ਦਿੱਤਾ। ਠੀਕ ਗੱਲ ਹੈ ਕਿ ਜਦੋਂ ਇਹ ਘੱਟੋ ਘੱਟ ਉਹਨਾਂ ਨਾਲ 23 ਸਾਲ ਲੜ ਰਹੇ ਨੇ, 23-24 ਸਾਲ ਨਾਲ ਰਹਿਣ ਤੋਂ ਬਾਅਦ ਇਹਨਾਂ 12 ਤੇ 13 ਸਾਲ ਬਕਾਇਦਾ ਤੌਰ ਤੇ ਸੱਤਾ ਦਾ ਨਾਮ ਵੀ ਮਾਣਿਆ ਕੇਂਦਰ ਦੇ ਵਿੱਚ। ਜੇ ਉਹ ਮਾਨਣ ਦੇ ਸਮੇਂ ਤੁਸੀਂ ਆਪਣੀਆਂ ਮੰਗਾਂ ਦਾ ਹੱਲ ਨਹੀਂ ਕਰਵਾ ਸਕਦੇ ਤੇ ਹੁਣ ਤੁਸੀਂ ਕਿਵੇਂ ਕਰਵਾਓਗੇ? ਗੱਲ ਆਹੀ ਹੈ ਨਹੀਂ। ਹੁਣ ਜੇ ਤੁਸੀਂ ਕਹਿੰਦੇ ਹੋ ਜੀ ਇੱਕ ਫਾਰਮੈਲਿਟੀ ਪੂਰੀ ਕਰਨੀ ਵੀ ਅਸੀਂ ਮੰਗ ਕੀਤੀ ਹੈ ਪ੍ਰਧਾਨ ਮੰਤਰੀ ਕੋਲੋਂ, ਔਰ ਮੈਂ ਇਹ ਕਵਾਂ 2.5 ਦਹਾਕੇ ਬਾਅਦ ਬੀਜੇਪੀ ਆਪਣੀ ਕੋਈ ਇੰਡੀਪੈਂਡੈਂਟ ਰੈਲੀ ਕਰ ਲਈ ਪੰਜਾਬ ਦੇ ਵਿੱਚ। ਪਹਿਲਾਂ ਇਹ ਡਿਪੈਂਡੈਂਟ ਅਕਾਲੀਆਂ ਤੇ ਸੀ ਵੀ ਅਕਾਲੀ ਬੰਦੋਬਸਤ ਕਰਦੇ ਸੀ, ਇਹ ਨਾਲ ਲੱਗ ਕੇ ਤੇ ਰੈਲੀ ਕਰਦੇ ਸੀ, ਪ੍ਰਧਾਨ ਮੰਤਰੀ ਸਾਹਿਬ ਹੁੰਦੇ ਸੀ ਤੇ ਆਪਣਾ ਭਾਸ਼ਣ ਕਰਕੇ ਚਲੇ ਜਾਂਦੇ ਸੀ ਜੀ। ਲੇਕਿਨ ਹੁਣ ਇਹ ਗੱਲ ਕਹਿਣੀ ਕਿ ਪੰਜਾਬ ਨੂੰ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਪੈਟਰਨ ਤੇ ਪੈਕ ਦਿੱਤਾ ਜਾਵੇ, ਫਿਰ ਕਹਿਣਾ ਵੀ ਇਹਨਾਂ ਨੂੰ 1984 ਜਿਹੜਾ ਸਾਡਾ ਦਿੱਲੀ ਦਾ ਹੋਇਆ ਉਹਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ, ਉਹ ਇਨਸਾਫ ਦਿੱਤਾ ਜਾਵੇ। ਆਰਥਿਕ ਪੈਕੇਜ ਪੰਜਾਬ ਨੂੰ ਵਿਸ਼ੇਸ਼ ਤੌਰ ਤੇ ਦਿੱਤਾ ਜਾਵੇ। 800 ਕਿਸਾਨ ਜਿਹੜੇ ਸਾਡੇ ਸ਼ਹੀਦ ਹੋ ਗਏ ਨੇ ਉਹਨਾਂ ਦੇ ਪਰਿਵਾਰਾਂ ਦੀ ਰੀਹੈਬਿਲਿਟੇਸ਼ਨ, ਮੁੜ ਵਸੇਬੇ ਵਾਸਤੇ ਜਿਹੜੀ ਸੀ ਉਹਨਾਂ ਦੀ ਮਦਦ ਕੀਤੀ ਜਾਵੇ ਜੀ। ਤੇ ਜਿਹੜੀਆਂ ਪਿੱਛੇ ਘਟਨਾਵਾਂ ਵਾਪਰੀਆਂ ਉਹਨਾਂ ਦੀ ਸੁਪਰੀਮ ਕੋਰਟ ਦੇ ਕਿਸੇ ਜੱਜ ਕੋਲੋਂ ਜਿਹੜੀ ਆ ਉਹ ਜਾਂਚ ਕਰਾਈ ਜਾਵੇ ਜੀ। ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਸਿੱਖਾਂ ਦੀ ਕਾਲੀ ਸੂਚੀ ਖਤਮ ਕੀਤੀ ਜਾਵੇ। SYL ਦੀ ਗੱਲ ਨਹੀਂ ਕੀਤੀ, ਉਹ ਕਿਉਂ ਨਹੀਂ ਕੀਤੀ ਉਹ ਅੱਗੇ ਗੱਲ ਕਰਾਂਗੇ, ਆਪਾਂ ਅੱਗੇ ਕਰਾਂਗੇ। ਅੱਛਾ ਜੀ। ਹੁਣ ਬਕਾਇਦਾ ਤੌਰ ਤੇ ਵੇਖੋ ਬਾਦਲ ਸਾਹਿਬ, ਤੁਸੀਂ ਬੜੇ ਸਿਆਣੇ ਹੋ, ਸੁਲਝੇ ਸਿਆਸਤ ਦੇ ਬਾਬਾ, ਬੋਰਡ ਮੰਨੇ ਗਏ ਹੋ, ਤੁਹਾਨੂੰ ਪਤਾ ਕਿਹੜੀ ਗੱਲ ਕਿੱਥੇ ਕਿਵੇਂ ਕਰਨੀ ਕਿਵੇਂ ਨਹੀਂ ਕਰਨੀ। ਹੁਣ ਤੁਸੀਂ ਸਿਰਫ ਇੱਕ ਆਪਣੀ ਹਾਜ਼ਰੀ ਲਵਾਉਣ ਦੀ ਖਾਤਰ ਪ੍ਰਧਾਨ ਮੰਤਰੀ ਸਾਹਿਬ ਕੋਲੋਂ ਜੀ ਮੰਗਾਂ ਰੱਖਤੀਆਂ ਆਪਣੀਆਂ। ਇਹ ਮੰਗਾਂ ਜੇ ਕਿਤੇ ਜਦੋਂ ਤੁਹਾਡੀ ਆਪਣੀ ਸ਼ਮੂਲੀਅਤ ਸੀ ਵਿੱਚ ਉਦੋਂ ਉਹਨਾਂ ਕੋਲ ਮਨਵਾਉਂਦੇ ਤੇ ਫਿਰ ਠੀਕ ਸੀਗਾ। ਨਾਲੇ ਇੱਕ ਅਕਾਲੀ ਦਲ ਦਾ ਇੱਕ ਫੰਡਾ ਰਿਹਾ ਜੀ, ਜਦੋਂ ਇਹ ਸੱਤਾ ਤੋਂ ਬਾਹਰ ਹੁੰਦੇ ਉਦੋਂ ਮੰਗਾਂ ਵੀ ਜ਼ਿਆਦਾ ਆ ਜਾਂਦੀਆਂ ਤੇ ਉਦੋਂ ਪੰਥ ਨੂੰ ਖਤਰਾ ਵੀ ਪੈਦਾ ਹੋ ਜਾਂਦਾ। ਜਦੋਂ ਸੱਤਾ ਚ ਹੁੰਦੇ ਨਾ ਪੰਥ ਖਤਰੇ ਚ ਪੈਂਦਾ ਤੇ ਨਾ ਮੰਗਾਂ ਜ਼ਿਆਦਾ। ਬਿਲਕੁਲ ਬਿਲਕੁਲ। ਹਾਂ,
ਇਸ ਕਰਕੇ ਇਹ ਜੇ ਜਾਣਾ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਜਾ ਕੇ, ਜਿੱਥੇ ਉਹਨਾਂ ਦਾ ਹੈਲੀਕਾਪਟਰ ਉਤਰੋ ਜਾ ਕੇ, ਜਾ ਕੇ ਮਿਲ ਕੇ ਆਪਣਾ ਮੰਗ ਪੱਤਰ ਦੇ ਦਿਓ। ਮਹਾਰਾਜ ਜੀ ਇੱਥੇ ਕੁਛ ਨਾ ਕੁਛ ਅਨਾਊਂਸਮੈਂਟ ਕਰਕੇ ਜਾਇਓ, ਕੁਛ ਨਾ ਕੁਛ, ਤੇ ਤੁਹਾਡੇ ਖਾਤੇ 'ਚ ਕੁਛ ਪੈ ਜਾਵੇ। ਵੀ ਵੇਖੋ ਕਾਲੀਆਂ ਨੇ ਇਹ ਮੰਗ ਮੰਨੀ ਸੀ, ਤਦ ਪ੍ਰਧਾਨ ਮੰਤਰੀ ਸਾਹਿਬ ਨੇ ਕੁਛ ਕੀਤਾ ਜੀ। ਇੱਕ ਪਾਸੇ ਤੁਹਾਨੂੰ ਉਹ ਆਪਣਾ ਗੁਰੂ ਮੰਨਦੇ ਵੀ ਮੇਰੇ ਸਿਆਸੀ ਗੁਰੂ ਨੇ ਤੁਹਾਡੇ ਗੋਡੀ ਹੱਥ ਲਾ ਕੇ ਤੁਹਾਡਾ ਸਤਿਕਾਰ ਕਰਦੇ, ਫਿਰ ਮਿਲਣ 'ਚ ਕੀ ਹੈ? ਬਿਲਕੁਲ ਸਿਆਣੀ ਗੱਲ ਹੈ। ਸਿਆਸੀ ਤੌਰ ਤੇ ਵੱਖਰੀ ਇੱਕ ਗੱਲ ਹੈ, ਤੁਸੀਂ ਵੱਖਰੇ ਹੋਏ ਵੱਖਰੀ ਗੱਲ, ਤੇ ਉਹਦੀ ਤਾਂ ਗੱਲ ਹੀ ਕੋਈ ਨਹੀਂ ਹੈਗੀ। ਜਦੋਂ ਤੁਸੀਂ ਪੰਜਾਬ ਸਰਕਾਰ ਸੀ, ਡਾਕਟਰ ਮਨਮੋਹਨ ਸਿੰਘ ਨੂੰ ਜਾ ਕੇ ਮਿਲਦੇ ਨੇ, ਜਦੋਂ ਤੁਸੀਂ ਕਹਿੰਦੇ ਰਹੇ ਹੋ ਵੀ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਆ, ਕਮਜ਼ੋਰ ਪ੍ਰਧਾਨ ਮੰਤਰੀ ਤੇ ਬੁੱਕਾ ਦੇ ਕੇ ਮੁੜ ਕੇ ਬਹਿ ਕੇ ਤੁਸੀਂ ਮੰਗਦੇ ਸੀ ਵੀ ਸਾਨੂੰ ਕੁਛ ਦੇ ਦਿਓ ਜੀ। ਅੱਗੋਂ ਉਹਨਾਂ ਕਿਹਾ ਸੀ ਭਾਈ ਤੁਸੀਂ ਗਲਤ ਜਗ੍ਹਾ ਤੇ ਆ ਗਏ, ਮੈਂ ਤਾਂ ਕਮਜ਼ੋਰ ਬੰਦਾ ਵਾ, ਕਮਜ਼ੋਰ ਤੁਹਾਨੂੰ ਕੀ ਦੇ ਸਕਦਾ ਵਾ। ਤੇ ਫੇਰ ਵੀ ਉੱਠਣ ਲੱਗਿਆ 3400 ਕਰੋੜ ਦਾ ਚੈੱਕ ਦਿੱਤਾ ਸੀ, ਇਹਨੂੰ ਲਾਓ ਜਾ ਕੇ ਆਪਣਾ ਕੰਮ ਮੋਜਾ ਮਾਰੋ। ਇਸ ਕਰਕੇ ਉਹ ਤੇ ਕਮਜ਼ੋਰ ਪ੍ਰਧਾਨ ਮੰਤਰੀ ਸੀ, ਇਹ ਪ੍ਰਧਾਨ ਮੰਤਰੀ ਜਾਂ ਸਟਰੋਂਗ ਪ੍ਰਧਾਨ ਮੰਤਰੀ, ਇਹਨਾਂ ਕੋਲ ਤੁਹਾਨੂੰ 34000 ਕਰੋੜ ਰੁਪਏ ਲੈਣਾ ਚਾਹੀਦਾ ਸੀਗਾ। ਬਿਲਕੁਲ ਬਿਲਕੁਲ। ਤੁਸੀਂ ਕਹਿੰਦੇ ਰਹੇ ਵੀ ਟਰੱਕਾਂ ਦੇ ਟਰੱਕ ਬਣਾ ਦਿੱਤਾ, ਤੇ ਟਰੱਕ ਇੱਕ ਵੀ ਨਾ ਆਇਆ, ਖਾਲੀ ਵੀ ਨਾ ਆਇਆ, ਭਰਿਆ ਤੇ ਕੀ ਹੋਣਾ ਸੀਗਾ। ਇਸ ਕਰਕੇ ਬਾਦਲ ਸਾਹਿਬ ਦੀ ਜਿਹੜੀ ਆ ਉਹ ਬਿਲਕੁਲ ਇਹ ਜਿਹੜੀ ਆ ਨਾ ਬੁਲਟ ਦੇ ਵਿੱਚ ਜਿਹੜੀ ਗੋਲੀ ਦਗਾਉਣੀ ਜਾਣਦੇ ਆ, ਫਾਇਰ ਕਰਨਾ ਜਾਣਦੇ, ਉਹਨਾਂ ਬਿਲਕੁਲ ਮੌਕੇ ਤੇ ਫਾਇਰ ਕੀਤਾ ਵੀ ਜੇ ਕੱਲ ਨੂੰ ਕੋਈ ਅਨਾਉਂਸਮੈਂਟ ਵਿੱਚ ਹੋ ਜਾਂਦੀ ਹੈ ਤੇ ਅਸੀਂ ਕਹਿਣ ਲੱਗੇ ਵੀ ਅਸੀਂ ਮੰਗ ਕੀਤੀ ਸੀ ਜੀ। ਉਹ ਤਾਂ ਦਾਨੇ ਵਾਲੀ ਵੀ ਮੰਗ ਕਰੀ ਜਾਂਦਾ ਜੀ। ਉਹਨੇ ਦਾਨੇ ਵਾਲੀ ਦੀ ਮੰਗ ਕਰਨੀ ਕੁਝ ਵੱਖਰੀ ਗੱਲ ਹੈ ਜੀ। ਉਹਨਾਂ ਦੀ ਗੱਲ ਇੱਕ ਜਿਹੜੇ ਇਸ ਸਥਿਤੀ ਤੇ ਪਹੁੰਚੇ, ਉਹਨਾਂ ਦੀ ਮੰਗ ਕਰਨੀ ਇੱਕ ਵੱਖਰੀ ਗੱਲ ਨਹੀਂ। ਫਿਰ ਮੈਂ ਵੀ ਤਾਂ ਕੱਲ ਨੂੰ ਕਹਿ ਸਕਦਾ ਨਾ, ਮੈਂ ਵੀ ਮੰਗ ਕੀਤੀ ਸੀ ਵੀ ਭਾਈ ਸਾਨੂੰ ਪੈਕੇਜ ਦਿਓ। ਤੁਸੀਂ 5 ਵਾਰੀ ਨਾ ਮੁੱਖ ਮੰਤਰੀ ਰਹੇ ਹੋ, ਨਾ ਤੁਸੀਂ 12 ਵਾਰੀ MLA ਬਣੇ ਹੋ, ਜਾਂ ਤੇ ਬਣੇ ਹੋ ਤੇ ਦੱਸੋ ਨਾ। ਨਹੀਂ ਫਿਰ ਉਹੀ ਤਾਂ ਗੱਲ ਹੈ ਨਾ ਵੀ ਜਦੋਂ ਤੁਹਾਡੇ ਕੋਲ ਤਾਕਤ ਸੀ ਉਦੋਂ ਤੁਸੀਂ ਗੱਲ ਨਾ ਕੀਤੀ, ਫਿਰ ਤਾਂ ਜੋ ਜੀ ਦਾਨੇ ਵਾਲੀਆਂ ਨੇ ਮੰਗ ਕਰ ਲਈ ਉਹੋ ਜੀ ਤੁਸੀਂ ਮੰਗ ਕਰ ਲਈ। ਉਹ ਤੇ ਮੈਂ ਤੁਹਾਨੂੰ ਦੱਸ ਦਿੱਤਾ ਜੀ। ਵੇਖੋ ਜਦੋਂ ਇਹ ਸੱਤਾ ਚ ਹੁੰਦੇ ਉਦੋਂ ਪੰਥ ਵੀ ਖਤਰੇ ਚ ਨਹੀਂ ਹੁੰਦਾ, ਤੇ ਮੰਗਾਂ ਵੀ ਜਿਹੜੀਆਂ ਉਹ ਛੂ ਮੰਤਰ ਹੋ ਜਾਂਦੀਆਂ। ਤੇ ਜਦੋਂ ਤਾਕਤ ਦੁਬਾਰਾ ਉਹਨੂੰ ਸਭ ਕੁਝ ਜਿੱਤਾ ਆ ਜਾਂਦਾ, ਉਦੋਂ ਚੰਡੀਗੜ੍ਹ ਵੀ ਜਿੱਤੇ ਆ ਜਾਂਦੇ, SY ਵੀ ਜਿੱਤੇ ਆ ਜਾਂਦੀ, ਤੇ ਪੰਜਾਬੀ ਬੋਲਦੇ ਇਲਾਕੇ ਵੀ ਜਿੱਤੇ ਆ ਜਾਂਦੇ, ਤੇ ਆਰਥਿਕ ਪੈਸੇ ਵੀ ਜਿੱਤੇ ਆ ਜਾਂਦੇ, 84 ਸਭ ਕੁਝ ਜਿੱਤੇ ਆ ਜਾਂਦਾ, ਸਾਰਾ ਕੁਝ ਆ ਜਾਂਦਾ, ਪੰਥ ਵੀ ਜਿੱਤੇ ਆ ਜਾਂਦਾ ਵੀ ਖਤਰੇ 'ਚ ਹੈ। ਬਿਲਕੁਲ ਜੀ। ਨਹੀਂ ਤਾਂ ਫਿਰ ਡਾਂਗ ਵਾਹੁੰਦੇ ਆ ਪੰਥ ਤੇ। ਬਿਲਕੁਲ ਜੀ ਬਿਲਕੁਲ। ਜਦੋਂ ਸੱਤਾ ਜਾਂਦੇ ਫਿਰ ਡਾਂਗ ਫਿਰਦੀ ਪੰਥ। ਹਾਂ ਉਦੋਂ ਫਿਰ ਪੰਥ ਉਦੋਂ ਖਤਰੇ 'ਚ ਹੁੰਦਾ ਵੈਸੇ ਅਸਲ ਤਾਂ। ਜੀ ਜੀ ਜੀ। ਕਾਲ ਆ ਗਈ ਜੀ, ਕਾਲ ਲੈ ਲਈਏ। 9264 ਤੇ ਆਉਣੇ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜਸਪਾਲ ਸਿੰਘ ਬੋਲਦਾ ਜੀ, ਆਪਣਾ ਦਾਨੇਵਾਲ ਸਾਹਿਬ। ਤੁਹਾਡੇ ਨਾਲ ਪ੍ਰੋਗਰਾਮ ਦੇ ਚੱਲਦੇ ਆਵਾਜ਼ ਬੰਦ ਹੋ ਜਾਂਦੀ ਹੈ। ਕੱਲ ਵੀ ਇਸ ਤਰ੍ਹਾਂ ਹੋਇਆ ਸੀ, ਅੱਜ ਫੇਰ ਆਉਣ ਹੋ ਗਿਆ, ਇਸ ਤਰ੍ਹਾਂ ਆਵਾਜ਼ ਨਹੀਂ ਆ ਰਹੀ। ਇੱਕ ਮਿੰਟ ਜੀ, ਉਹ ਪਤਾ ਨਹੀਂ ਕੀ ਚੱਕਰ ਹੈ ਜੀ, ਇਹ ਤੁਹਾਡੇ ਵਾਲੀ ਗੱਲ। ਇੱਕ ਮਿੰਟ ਜੀ, ਮੈਂ ਹੁਣੇ ਹੀ ਵੇਖ ਕੇ ਹਟਿਆ। ਹਾਂਜੀ ਹੋ ਗਈ ਜੀ, ਹੋ ਗਈ, ਚਾਲੂ ਹੋ ਗਈ। ਹਾਂਜੀ ਥੈਂਕ ਯੂ ਜੀ। ਮਿਹਰਬਾਨੀ ਜੀ, ਮਿਹਰਬਾਨੀ। ਇਹ ਪਤਾ ਨਹੀਂ ਕੀ ਚੱਕਰ ਹੋ ਗਿਆ ਜੀ, ਤੇ ਚਲੋ ਧੰਨਵਾਦ ਤੁਹਾਡਾ ਜੀ। ਹਾਂਜੀ, ਤੇ ਇਹ ਤਾਂ ਗੱਲ ਆਪਾਂ ਕੀਤੀ ਸੀਗੀ ਆਪਣੇ ਬਾਦਲ ਸਾਹਿਬ ਦੀ ਕਿ ਉਹਨਾਂ ਨੇ ਮੰਗ ਰੱਖ ਦਿੱਤੀ ਹੈ, ਤੇ ਕੀ ਕਿਸਾਨ ਜਿਹੜੇ ਹੈ ਮੋਦੀ ਦੀ ਰੈਲੀ ਹੋਣ ਦੇਣਗੇ ਜੀ, ਕਿ ਡਾਂਗ ਸੋਟਾ ਵੀ ਚੱਲ ਸਕਦਾ? ਸਭ ਕੁਝ ਹੋ ਸਕਦਾ ਜੀ। ਕਿਸਾਨਾਂ ਦੀ ਇੱਕ ਮੰਗ ਹੈ ਵੀ ਜਿਹੜੇ ਤੁਸੀਂ ਸਾਡੇ ਪਰਚੇ ਰੱਦ ਕਰਨ ਦਾ ਸਾਡੇ ਨਾਲ ਵਿਸ਼ਵਾਸ ਦਵਾਇਆ ਸੀ, ਉਹ ਅਜੇ ਤੱਕ ਪਰਚੇ ਰੱਦ ਨਹੀਂ ਹੋਏ। ਦੂਸਰੀ, ਤੁਸੀਂ MSP ਦੀ ਕਮੇਟੀ ਬਣਾ ਕੇ ਇਮੀਡੀਏਟਲੀ ਕਾਰਵਾਈ ਕਰਨ ਦੀ ਗੱਲ ਕੀਤੀ ਸੀ, ਉਹ ਨਹੀਂ ਅਜੇ ਤੱਕ ਹੋਈ ਜੀ। ਜਿਹੜੇ ਸਾਡੇ ਥਾਣਿਆਂ 'ਚ ਜੇ ਸਾਡੇ ਸੰਦ ਪਏ ਨੇ ਕਿਸਾਨਾਂ ਦੇ, ਉਹ ਅਜੇ ਵਾਪਸ ਨਹੀਂ ਮਿਲੇ। ਇਹਨਾਂ ਮੰਗਾਂ ਨੂੰ ਲੈ ਕੇ ਕਿਸਾਨ ਕਹਿੰਦੇ ਆ ਵੀ ਜਾਂ ਤੇ ਸਾਡੀ ਜਿਹੜੀ ਮੰਗਾਂ ਮੰਨਿਓ ਤੇ ਪ੍ਰਵਾਨ ਕਰੋ, ਨਹੀਂ ਤੇ ਅਸੀਂ ਕੱਲ ਪ੍ਰੋਟੈਸਟ ਕਰਾਂਗੇ। ਕਿਸਾਨ ਸੰਘਰਸ਼ ਕਮੇਟੀ ਦੇ ਜਿਹੜੇ ਸੀ ਅੱਜ ਕਾਰਕੁਨ ਬਕਾਇਦਾ ਤੌਰ ਤੇ ਕਿਸਾਨ ਤੇ ਮਜ਼ਦੂਰ ਉੱਥੇ ਪਹੁੰਚ ਗਏ ਨੇ, ਉਹਨਾਂ ਉੱਥੇ ਪ੍ਰੋਟੈਸਟ ਵੀ ਕੀਤਾ। ਉਹਨਾਂ ਕਿਹਾ ਕੱਲ ਅਸੀਂ ਮੋਦੀ ਦੀ ਰੈਲੀ ਨਹੀਂ ਹੋਣ ਦੇਵਾਂਗੇ ਜੀ, ਲੇਕਿਨ ਫੋਰਸ ਇੰਨੀ ਜ਼ਿਆਦਾ ਹੋਏਗੀ ਨਹੀਂ ਜਾਣ ਦੇਣਗੇ। 10,000 ਬੰਦਾ ਤਾਂ ਵੈਸੇ ਹੀ ਲਾਤਾ ਹੋ ਜਾਏਗੀ, ਲੇਕਿਨ ਕਿਸਾਨ ਆਪਣਾ ਰੋਸ ਪੂਰਾ ਪ੍ਰਗਟ ਕਰਨਗੇ ਜ਼ਰੂਰ ਉੱਥੇ ਜਾ ਕੇ ਜੀ। ਤੇ ਕਿਸਾਨਾਂ ਨਾਲ ਬਣਦਾ ਵੀ ਹੈ, ਜੇ ਤੁਸੀਂ ਕਮਿਟਮੈਂਟ ਕਰ ਲਈ, ਬਾਕੀ ਤਾਂ ਜੇ ਤੁਸੀਂ ਕਾਨੂੰਨ ਰੱਦ ਕਰ ਦਿੱਤੇ ਤੇ ਆਹ ਤਾਂ ਮੂਲੀ ਗੱਲ ਸੀ, ਕਾਊਂਟਰ ਕਰਨਾ ਸੀ ਵੀ ਤੁਸੀਂ ਕਰੋ ਜੀ, ਕਰਦੇ ਕੋਈ ਨਹੀਂ ਤੁਸੀਂ। ਜਦੋਂ ਕਿਸਾਨ ਉੱਥੇ ਬੈਠੇ ਰਹੇ, ਤੁਸੀਂ ਬਕਾਇਦਾ ਤੌਰ ਤੇ ਕਿਸਾਨਾਂ ਨਾਲ ਹਰਿਆਣੇ ਦੇ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਮੀਟਿੰਗਾਂ ਕਰਦੇ ਰਹੇ, ਦੱਸੋ ਕਿਹੜੇ ਕੇਸ ਆ ਜੀ।
48,000 ਬੰਦਿਆਂ ਦੇ ਖਿਲਾਫ ਤੁਸੀਂ ਕੇਸ ਦਰਜ ਕੀਤਾ ਤੇ ਹੁਣ ਤੁਸੀਂ ਭਗੌੜੇ ਹੋ ਰਹੇ ਹੋ। ਇਸੇ ਕਰਕੇ ਹਰਿਆਣੇ ਦੇ ਕਿਸਾਨ ਕਹਿੰਦੇ ਸੀ ਭਾਈ ਬੈਠੇ ਰਹੋ, ਜੇ ਉੱਠਿਓ ਨਾ ਤੁਸੀਂ। ਕਿਉਂ? ਜਿਹੜੇ ਜਾਟ ਅੰਦੋਲਨ ਵਾਲੇ ਕੇਸ ਦਰਜ ਹੋਏ ਸੀ ਉਹ ਅਜੇ ਤਾਂ ਅਸੀਂ ਭੁਗਤਣ ਡਏ ਨਾ, ਕੇਸ ਰੱਦ ਨਹੀਂ ਜੇ ਕਰਨੇ। ਇਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਪ੍ਰਧਾਨ, ਸਰਵਣ ਸਿੰਘ ਪੰਡੇਰ ਜਨਰਲ ਸੈਕਟਰੀ ਨੇ, ਉਹਨਾਂ ਨੇ ਜਾ ਕੇ ਮੋਰਚਾ ਲਾ ਦਿੱਤਾ। ਕੱਲ ਹੁਣ ਡਾਂਗ ਸੁੱਟਾ ਖੜਕਦਾ ਕਿ ਕੀ ਖੜਕਦਾ, ਉਹਨਾਂ ਦੀ ਜਿਹੜੀ ਆ ਰੈਲੀ ਚ ਕਾਂਜੀ ਪੈਂਦੀ ਹੈ ਕਿ ਨਹੀਂ ਪੈਂਦੀ ਉਹ ਤੇ ਸਮਾਂ ਦੱਸੂਗਾ, ਲੇਕਿਨ ਉਹ ਵੱਡੀ ਗਿਣਤੀ ਚ ਪਹੁੰਚ ਰਹੇ ਨੇ ਕਿਸਾਨ ਉੱਥੇ। ਜੀ ਬਿਲਕੁਲ ਵੱਡੀ ਗਿਣਤੀ 'ਚ ਪਹੁੰਚ ਰਹੇ ਆ। 50,000 ਦੀ ਕੁਰਸੀ ਲੱਗ ਚੁੱਕੀ ਹੈ। 10,000 ਉੱਥੇ ਕੀ ਕਹਿੰਦੇ ਆ ਪੁਲਿਸ ਦੇ ਅਧਿਕਾਰੀ ਪਹੁੰਚ ਗਏ ਨੇ। ਹੈਲੀਕਾਪਟਰ ਜਿਹੜੇ ਨੇ ਏਅਰਫੋਰਸ ਦੇ ਕੱਲ੍ਹ ਤੇ ਹੀ ਜਿਹੜੇ ਨੇ ਉੱਥੇ ਗੇੜੇ ਲਾ ਰਹੇ ਨੇ, ਰੈਕੀ ਕਰ ਰਹੇ ਨੇ। ਜੀ ਪਰ ਐਤਕੀ ਵਾਕਿਆ ਤੁਹਾਡੇ ਵਾਲੀ ਗੱਲ ਸਹੀ ਹੈ ਕਿ ਪਹਿਲੀ ਵਾਰ ਹੋਏਗਾ ਕਿ ਬੀਜੇਪੀ ਵਾਲੇ ਸਾਰੇ ਪੱਬਾਂ ਭਾਰ ਹੋਏ ਬੈਠੇ ਆ। ਅੱਜ ਬਠਿੰਡੇ ਕੈਪਟਨ ਸਾਹਿਬ ਆਏ, ਪਰ ਹੈਰਾਨੀ ਦੀ ਗੱਲ ਹੈ ਕਿ ਇੱਥੇ ਉਹ ਬਾਹਲਾ ਸਵਾਲ ਦਾ ਜਵਾਬ ਨਹੀਂ ਦੇ ਸਕੇ ਵੀ ਇੱਥੇ ਜਿਹੜੀ ਕੀ ਕਹਿੰਦੇ ਆਪਣਾ ਸੀ ਕੀ ਕਹਿੰਦੇ ਆ ਬੀਜੇਪੀ ਉਹਨਾਂ ਦੇ ਜਿਹੜੀ ਆ ਸਮਾਗਮ ਦੇ ਵਿੱਚੋਂ ਗਾਇਬ ਰਹੀ ਬਿਲਕੁਲ। ਦੇਖੋ ਉਹ ਕਿਉਂ ਨਾ ਗਾਇਬ ਰਹਿਣਗੇ ਦੇ ਵਿੱਚੋਂ ਜੀ। ਉਸ ਸਟੇਜ ਤੇ ਜਾ ਕੇ ਕੀ ਕਹਿਣਗੇ? ਪਹਿਲੀ ਗੱਲ ਤੇ ਉਹਨਾਂ ਨੂੰ ਬੁਲਾਇਆ ਨਹੀਂ ਹੋਏਗਾ ਜੀ। ਇਹ ਬੀਜੇਪੀ ਦੀ ਨਰੋਲ ਆਪਣੀ ਰੈਲੀ ਆ ਔਰ ਉਹਨਾਂ ਸ਼ਕਤੀ ਪ੍ਰਦਰਸ਼ਨ ਵੀ ਕਰਨਾ। ਉਹਨਾਂ ਕਿਹਾ ਸੀ ਵੀ 5 ਲੱਖ ਬੰਦਾ ਇਕੱਠਾ ਕਰਨਾ। ਮੈਂ ਕਿਹਾ ਜੇ 50,000 ਕਰ ਲੈਣ ਤੇ ਮੈਂ ਬੜੀ ਬਹਾਦਰੀ ਦੀ ਗੱਲ ਜੀ। 5 ਲੱਖ ਕਰਨਾ ਬੜਾ ਔਖਾ। 5 ਲੱਖ ਤਾਂ ਬਹੁਤ ਹੋ ਜਾਂਦਾ ਹੈ। ਜੇ 5 ਲੱਖ ਬੰਦਾ ਇਕੱਠਾ ਪੰਜਾਬ ਤੋਂ ਕਰ ਲੈਣ ਤੇ ਫਿਰ ਸਰਕਾਰ ਬਣ ਗਈ ਇਹਨਾਂ ਦੀ। ਫਿਰ ਤਾਂ ਬਣ ਗਈ ਜੀ, ਬਣ ਗਈ। ਜੇ 50,000 ਕਰਦੇ ਆ ਤੇ ਫਿਰ ਚਲੋ ਮਾੜਾ ਮੋਟਾ ਹੰਗਾਲ ਕੋਈ ਥੋੜਾ ਪੈ ਸਕਦਾ। ਜਿਸ ਤਰੀਕੇ ਨਾਲ ਤੁਰੇ ਨੇ ਹੁਣ ਇਹ ਨਹੀਂ ਪਤਾ ਵੀ ਕਿਹੜੇ ਬੰਦੇ ਕੱਲ ਸ਼ਮੂਲੀਅਤ ਕਰਨਗੇ। ਪ੍ਰਧਾਨ ਮੰਤਰੀ ਕੋਲੋਂ ਜਿਹੜਾ ਆਪਣੇ ਜਿਹੜੇ ਉਹ ਲੀਡ ਦੀ ਗੱਲ ਚ ਪਾਉਣਗੇ ਕਿ ਅਸੀਂ ਜਿਹੜੇ ਆ ਬਣ ਗਏ ਆ ਜੀ ਅਕਾਲੀ ਤੋਂ ਬੀਜੇਪੀ ਤੇ ਕਾਂਗਰਸ ਤੋਂ ਬੀਜੇਪੀ। ਜਿਹੜੇ ਮੰਤਰੀਆਂ ਦੇ ਨਾਂ ਪਿੱਛੇ ਜੇ ਸ਼ਿਵ ਜਿਹੜੀ ਉਛਾਲੇ ਸੀ ਉਹਨਾਂ ਬਾਰੇ ਪਤਾ ਲੱਗਾ ਵੀ ਉਹ ਸ਼ਾਇਦ ਨਹੀਂ ਸ਼ਾਮਲ ਹੋ ਰਹੇ। ਕੋਈ ਨਹੀਂ ਆ ਰਿਹਾ। ਪਹਿਲਾਂ ਸਵੇਰ ਤੱਕ 6-3 ਮੰਤਰੀਆਂ ਦੀ ਆਵਾਜ਼ ਸੀ ਪਰ ਉਹ ਵੀ ਹੁਣ ਲੱਗਾ ਪਤਾ ਵੀ ਉਹ ਵੀ ਨਹੀਂ ਆ ਰਹੇ। ਚੰਗੀ ਗੱਲ ਆ ਤੇ ਇਸ ਕਰਕੇ ਰਿਹਾ ਵੀ ਜਿਸ ਤਰੀਕੇ ਨਾਲ ਵੇਖੋ ਸਮਾਜਵਾਦੀ ਪਾਰਟੀ ਦੇ ਜਿਹੜੇ ਫਾਈਨਾਂਸ ਸੀਗੇ ਕਨੌਜ ਦੇ ਵਿੱਚ ਜਿਹੜੇ ਇਤਰ ਵਪਾਰੀ ਉਹਨਾਂ ਦਾ ਕੀ ਹਾਲ ਕੀਤਾ ਇਹਨਾਂ ਨੇ। ਉੱਥੇ ਉਹ ਹੈ ਕਨੌਜ ਸਾਰਾ ਹੈ ਇਤਰ ਦਾ ਵਾ। ਬਾਕੀ ਵਪਾਰੀ ਹੈਗੇ ਉਹਨੂੰ ਕੋਈ ਨਹੀਂ ਪੁੱਛਿਆ, ਸਿਰਫ ਉਹਨੂੰ ਪੁੱਛਿਆ ਕਿ ਭਾਈ ਤੂੰ ਹੈਗਾ ਵਾ ਬਿਲਕੁਲ ਉੱਤੇ ਸਮਾਜਵਾਦੀ ਪਾਰਟੀ ਨੂੰ ਫਾਈਨਾਂਸ ਕਰਦਾ। ਤੇ ਜਿਹੜਾ ਆਪਣਾ ਬੰਦਾ ਪਹਿਲਾਂ ਫੜ ਲਿਆ ਸੀ ਭੁਲੇਖੇ ਨਾਲ ਉਹਨੂੰ ਕਹਿਤਾ ਭਾਈ ਤੈਨੂੰ ਤੇਰੀ ਇੰਨੇ ਪੈਸੇ ਆਏ, ਇੰਨੇ ਸੈਂਕੜੇ ਆਏ ਆ ਤੇ ਇੰਨੇ ਤੂੰ 1000 ਦੇ ਦੇ ਤੇ ਜਾ ਘਰੋਂ, ਕੋਈ ਗੱਲ ਨਹੀਂ ਤੇਰਾ ਕਿਸ ਨਾਲ ਪਤਾ ਨਹੀਂ। ਇਸ ਕਰਕੇ ਹੁਣ ਕੱਲ ਵੇਖੋ ਕਿਹੜੇ ਆਉਂਦੇ ਆ। ਪਹਿਲਾਂ ਇਹ ਵੀ ਉਮੀਦ ਕੀਤੀ ਜਾ ਰਹੀ ਸੀ, ਇਹ ਵੀ ਅਫਵਾਹ ਆਈ ਸੀ ਬੀਜੇਪੀ ਵਾਲਿਆਂ ਵੀ 50 ਦੇ ਕਰੀਬ ਐਸਜੀਪੀਸੀ ਮੈਂਬਰ ਸ਼ਾਮਲ ਹੋਣਗੇ ਜੀ। ਪਹਿਲਾਂ ਇਹ ਗੱਲ ਮੰਨਣ 'ਚ ਨਹੀਂ ਆਉਂਦੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਮੀਤ ਪ੍ਰਧਾਨ ਸ਼ਾਮਲ ਹੋ ਗਿਆ ਬੀਜੇਪੀ ਦੇ ਵਿੱਚ ਜੀ, ਉਦੋਂ ਇਹ ਮਹਿਸੂਸ ਕੀਤਾ ਜਾਂਦਾ ਸੀ ਵੀ ਕੁਛ ਨਾ ਕੁਛ ਮੈਂਬਰ ਸ਼ਾਮਲ ਹੋ ਸਕਦੇ ਉਸ ਦਿਨ। ਜੇ ਉਹ ਮੈਂਬਰ ਸ਼ਾਮਲ ਹੁੰਦੇ ਆ ਤੇ ਇੱਕ ਬੜਾ ਤਕੜਾ ਕੁਐਸਚਨ ਮਾਰਕ ਹੋਏਗਾ ਸਿੱਖ ਪੰਥ ਦੇ ਉੱਤੇ ਜੀ। ਸੋ ਬਿਲਕੁਲ ਤੁਹਾਡੇ ਨਾਲ ਸਹੀ ਆ। ਅੱਜ ਜਿਵੇਂ ਗੱਲ ਕੀਤੀ ਹੈ ਉਹਨਾਂ ਨੇ ਆਪਣੇ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਬਿਕਰਮ ਸਿੰਘ ਮਜੀਠੀਏ ਤੇ ਪਰਚਾ ਦਰਜ ਕਰਨ ਦੇ ਨਾਲ ਨਕਲੀ ਸ਼ਰਾਬ ਵਾਲਿਆਂ 'ਤੇ ਵੀ ਪਰਚਾ ਦਰਜ ਕਰੋ ਹੈ ਜੀ। ਅਤੇ ਉਹਨਾਂ ਦੇ ਬਿਆਨ ਤੋਂ ਬਾਅਦ ਫਿਰ ਬੰਟੀ ਰਮਾਣਾ ਹੋਰਾਂ ਨੇ ਵੀ ਨਾਲ ਦੀ ਨਾਲ ਆਪਦਾ ਜਿਹੜਾ ਉਹ ਮਾਈਕ ਫੜ ਲਿਆ ਅੱਜ। ਨਹੀਂ ਬੜੇ ਅਫਸੋਸ ਦੀ ਗੱਲ ਦਾਨੇਵਾਲੀਆ ਸਾਹਿਬ ਜੀ। ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਉਹ ਨਿਰਦੋਸ਼ ਹੈ, ਮੰਨ ਲੈਂਦੇ ਅਸੀਂ ਨਿਰਦੋਸ਼, ਫਿਰ ਆ ਕੇ ਪੁਲਿਸ ਕੋਲ ਇਨਵੈਸਟੀਗੇਸ਼ਨ ਜੁਆਇਨ ਕਰ ਲਓ। ਕਿਉਂ ਭੱਜੇ ਫਿਰਦੇ ਹੋ ਅੱਗੇ ਲੱਗ ਕੇ? ਕਿਉਂ ਜਾ ਕੇ ਕੋਰਟ 'ਚ ਪਹਿਲਾਂ ਆਪਣੇ ਵਕੀਲ ਖੜੇ ਕਰਦੇ ਮੇਰੀ ਸਾਨੂੰ ਸੁਣੋ ਜੀ ਤੁਸੀਂ। ਚਲੋ ਫਿਰ ਬੰਟੀ ਰਮਾਣੇ ਨੇ ਗਿਣਿਆ ਜੀ, ਵੇਖੋ ਰਾਹੁਲ ਗਾਂਧੀ ਲਈ ਜੀ, ਇੰਦਰਾ ਗਾਂਧੀ ਨੇ ਇੰਪੀਚਮੈਂਟ ਬੇਲ ਲਈ ਜੀ, ਚਿਦੰਬਰਮ ਨੇ 2 ਬੇਲਾਂ ਲਈ ਜੀ, ਫਲਾਣੇ ਠੀਕ ਲਈਆਂ ਨੇ। ਉਹਨਾਂ ਨੂੰ ਛੱਡ ਤੁਸੀਂ ਆਪਣੀ ਗੱਲ ਕਰੋ। ਉਹਨਾਂ ਤੋਂ ਨਿਰਦੋਸ਼ ਕਿਹਾ ਹੀ ਨਹੀਂ। ਉਹਨਾਂ ਕਿਹਾ ਠੀਕ ਹੈ ਜੀ ਆਹ ਜਿਹੜਾ ਹੈਗਾ ਸੀ ਇੱਕ ਪੇਪਰ ਸੀ ਜਿਹੜਾ ਉਹਦੇ ਵਿੱਚ ਜਿਹੜੇ ਸੀਗੇ ਜ਼ਰੂਰ ਦੇ ਹੈਗੇ ਸੀਗੇ MD ਹੈਗੇ ਸੀ, ਸਾਡੀ ਕਮਾਂਡ ਤੇ ਚੱਲਦਾ ਸੀ, ਤੁਸੀਂ ਜੋ ਕਰਨਾ ਕਰੋ ਕੋਈ ਗੱਲ ਨਹੀਂ। ਚਿਦੰਬਰਮ ਦੀ ਜਿਹੜੀ ਸੀ ਉਹ ਬਿਲਕੁਲ ਨਿੱਜੀ ਰੰਜਿਸ਼ ਹੈਗੀ ਸੀ
ਸ਼ਾਹ ਨਾਨਕ ਸ਼ਾਹ ਨੂੰ ਉਹਨੇ ਬੰਦ ਕਰਾਇਆ ਸੀ ਜਦੋਂ ਇਹ ਗ੍ਰਹਿ ਮੰਤਰੀ ਸੀਗਾ। ਰਜਿਸਟਰ ਨਹੀਂ ਕਮਿਸ਼ਨ ਉਹਨੇ ਕਹਿਤਾ ਸੀ, ਮੂੰਹ ਤੇ ਕਹਿਤਾ ਸੀ ਭਾਈ ਤੈਨੂੰ ਅੰਦਰ ਕਰਨੇ ਜੋ ਮਰਜ਼ੀ ਹੋ ਜਾਏ। ਇਸ ਕਰਕੇ ਬੰਟੀ ਰਮਾਣਾ ਹੋਣੀ ਜਿਹੜੇ ਨੇ ਉਹ ਇਹ ਬਾਰ-ਬਾਰ ਕਹਿ ਰਿਹਾ ਵੀ ਭਾਈ ਜੇ ਤੁਸੀਂ ਕਹਿੰਦੇ ਵੀ ਨਿਰਦੋਸ਼ ਆ ਤੇ ਜਿਹੜੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਜਿਹੜਾ ਸਰਗਨਾ ਸੀ ਇਹਦਾ ਆਪਣਾ ਬਕਾਇਦਾ ਤੌਰ ਤੇ ਜਗਦੀਸ਼ ਭੋਲਾ ਉਹਨੇ ਜੋ ਕਿਹਾ ਸੀ ਉਹ ਕਿੱਥੇ ਕਿਹੜੇ ਖਾਤੇ ਚਲਾਵਾਂਗੇ ਫਿਰ? ਜਿਹੜੀਆਂ 2-3 ਰਿਪੋਰਟਾਂ ਆਈਆਂ ਨੇ, ਈਡੀ ਦੀ ਰਿਪੋਰਟ ਆਈ ਆ, ਹਰਪ੍ਰੀਤ ਦੀ ਆਈ ਆ, ਚਟੋਪਾਧਿਆਏ ਦੀ, ਇਹਨਾਂ ਨੂੰ ਕਿਹੜੇ ਖਾਤੇ ਚ ਪਾਵਾਂਗੇ ਆਪਾਂ ਜੀ? ਉਦੋਂ ਤਾਂ ਸਰਕਾਰਾਂ ਵੀ ਢਾਡੀਆਂ ਸੀਗੀਆਂ। ਜੇ ਉਦੋਂ ਰਿਪੋਰਟਾਂ ਬਣ ਸਕਦੀਆਂ ਤੇ ਹੁਣ ਤੁਸੀਂ ਬੰਟੀ ਰਮਾਣਾ ਜੀ ਚਲੋ ਕਹੋ ਜੀ ਤੁਸੀਂ ਅਸੀਂ ਪੇਸ਼ ਹੁੰਦੇ ਆ, ਕੋਈ ਗੱਲ ਨਹੀਂ, ਪੇਸ਼ ਹੋ ਕੇ ਜਾ ਕੇ ਅਸੀਂ ਆਪਣਾ ਸਪਸ਼ਟੀਕਰਨ ਦੇਵਾਂਗੇ। ਹੁਣ ਕੱਲ ਪਤਾ ਲੱਗੇਗਾ, ਵੇਖੋ ਕੀ ਬਣਦਾ ਵਾ। ਲੇਕਿਨ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਜੇ ਹਾਲ ਦੀ ਕਰੀ ਡੀਜੀਪੀ ਬਾਰੇ ਕੋਈ ਫੈਸਲਾ ਨਹੀਂ ਕਰ ਸਕੀ, ਤਰੀਕ ਸੀ ਉਹਨਾਂ ਅੱਜ ਮੀਟਿੰਗ ਸੀ ਉਹਨਾਂ ਦੀ, UPSC ਅੱਜ ਕੋਈ ਫੈਸਲਾ ਨਹੀਂ ਲੈ ਸਕੀ। ਜੇ ਅੱਜ ਫੈਸਲਾ ਨਹੀਂ ਹੋਇਆ ਤੇ 1 ਤਰੀਕ ਹੋਰ ਪੈ ਗਈ ਤੇ ਫਿਰ ਇਲੈਕਸ਼ਨ ਲੰਘ ਗਈ। ਫਿਰ ਇਲੈਕਸ਼ਨ ਲੰਘ ਗਈ, ਫਿਰ ਤਾਂ ਚਟੋਪਾਧਿਆਏ ਸਭ ਕਰਾ ਕੇ ਜਾਣਗੇ। ਜੀ 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 ਸੋ ਬਿਲਕੁਲ ਤੁਹਾਡੇ ਵਾਲੀ ਗੱਲ ਸਹੀ ਹੈ। ਤੇ ਹੁਣ ਆਪਾਂ ਉਹਨਾਂ ਦੀ ਵੀ ਗੱਲ ਕਰ ਲਈਏ। ਦੂਲੋ ਸਾਹਿਬ ਦੀ ਗੱਲ ਕੀਤੀ ਹੈ ਜੀ, ਦੂਲੋ ਸਾਹਿਬ ਤੇ ਆਪਣੀ ਕੜ ਕੱਢਦੇ ਆ ਨਾ, ਉਹ ਕਹਿੰਦੇ ਸਾਨੂੰ 2 ਟਿਕਟਾਂ ਦਿਓ, ਕਹਿੰਦੇ 1 ਵੀ ਨਹੀਂ ਮਿਲਣੀ ਨੂੰ 2 ਦੀ ਗੱਲ ਕਰਦੇ ਤਾਂ ਫਿਰ ਕੜ ਕੱਢਣੀ ਕਰਨੀ ਆਪਣੀ। ਤੇ ਸਿੱਧੂ ਸਾਹਿਬ ਨਾਲ ਮਿਲ ਕੇ ਗਏ, ਸਿੱਧੂ ਸਾਹਿਬ ਥਾਪੜਾ ਦੇਤਾ, ਤਕੜਾ ਹੋਇਆ ਤੂੰ। ਲੇਕਿਨ ਕੱਲ ਤੋਂ ਬਾਅਦ ਸਿੱਧੂ ਸਾਹਿਬ ਬੋਲੇ ਜੀ ਮੁੜ ਕੇ। ਅੱਛਾ ਜੀ। ਜੋ ਕੱਲ ਅਨਾਊਂਸਮੈਂਟ ਕਰਕੇ ਅੱਜ ਉਹਨਾਂ ਦੀ ਕੋਈ ਵੀਡੀਓ ਨਹੀਂ ਸੁਣੇਗੀ, ਕੁਝ ਨਹੀਂ ਸੁਣੇਗਾ, ਕਿਤੇ ਵੀ ਕਿੱਥੇ ਜਾ ਕੇ ਬੋਲੇ ਤੇ ਕੀ ਕਿਹਾ ਜਾ ਕੇ। ਇੱਕ ਪਾਸੇ ਤੁਸੀਂ ਆਲੋਚਨਾ ਕਰ ਰਹੇ ਹੋ ਕੇਜਰੀਵਾਲ ਦੀ ਵੀ 1000 ਰੁਪਇਆ ਜੇ ਦਿੱਤਾ ਤੇ 1 ਕਰੋੜ 20 ਲੱਖ ਸਾਡੀ ਔਰਤਾਂ ਦੀ ਆਬਾਦੀ ਹੈ ਤੇ ਉਹ 12,000 ਕਰੋੜ ਵਾਲਾ ਕਿੱਥੋਂ ਆਊਗਾ? ਹੁਣ ਤੁਸੀਂ ਤਾਂ 30,000 ਕਰੋੜ ਤੋਂ ਵਿੱਚ ਚਲੇ ਗਏ, ਉਹ ਕਿੱਥੋਂ ਆਊਗਾ ਜੀ? ਇਸ ਕਰਕੇ ਸਿੱਧੂ ਸਾਹਿਬ ਨੇ ਗਲਤ ਕੁਛ ਨਹੀਂ ਕੀਤਾ। ਤੁਸੀਂ ਪੁੱਛੋ ਕਿਉਂ ਨਹੀਂ ਕੀਤਾ? ਕਿਉਂ ਨਹੀਂ ਕੀਤਾ? ਵੀ ਜਿਹੜੇ ਅਨਾਊਂਸਮੈਂਟ ਤੇ ਬਕਾਇਦਾ ਤੌਰ ਤੇ ਪੰਜਾਬ ਸਿੱਧੂ ਸਾਹਿਬ ਨੇ ਕੀਤੇ, ਇਹੀ ਅਨਾਊਂਸਮੈਂਟ ਪ੍ਰਿੰਕਾ ਗਾਂਧੀ ਯੂਪੀ ਚ ਕਰ ਰਹੀ ਹੈ। ਜੀ 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 ਉਹਨੇ ਤੇ ਉਹਦੀ ਨਕਲ ਮਾਰੀ ਹੈ ਵੀ ਯੂਪੀ ਚ ਕੀਤਾ ਤੇ ਇੱਥੇ ਵੀ ਦੇ ਦਿਓ, ਕੋਈ ਗੱਲ ਨਹੀਂ। ਲੇਕਿਨ ਉਹ ਉਹਨਾਂ ਦੀ ਗਲੇ ਦੀ ਹੱਡੀ ਬਣ ਗਿਆ। ਵੀ ਕੱਲ ਤੱਕ ਤੇ ਰਾਘਵ ਚੱਡਾ ਨੇ ਕਹਿਤਾ ਭਾਜੀ ਤੁਸੀਂ ਦੱਸੋ ਆਪਣਾ ਦਿਮਾਗੀ ਤਵਾਜ਼ਨ ਠੀਕ ਕਰਾਓ, ਵੀ ਥੋੜਾ ਬੜਾ ਤੁਹਾਡੀ ਮਾਨਸਿਕ ਤੌਰ ਤੇ ਤੁਸੀਂ ਕਮਜ਼ੋਰ ਹੋ ਗਏ ਲੱਗਦੇ। ਵੀ ਕੱਲ ਸਾਨੂੰ ਤੁਸੀਂ ਕਹਿੰਦੇ ਸੀ ਵੀ ਗਲਤ ਕੀਤਾ ਤੇ ਅੱਜ ਤੁਸੀਂ ਆਪਦੇ ਮਾਂ ਗਲਤੀ ਕਰੀ ਜਾਂਦੇ ਜੀ। ਬਿਲਕੁਲ। ਇਹ ਵੈਸੇ ਉਹ ਕਹਿੰਦੇ ਨਾ, ਉਹ ਜਿਵੇਂ ਕਹਿੰਦੇ ਨਾ ਕਿਸੇ ਜੱਟ ਦਾ ਝੋਟਾ ਗਵਾਚ ਗਿਆ ਸੀ ਜੀ, ਉਹ ਗਿਉਂ ਚੱਲਿਆ ਪਹਿਲਾਂ ਹਨੂੰਮਾਨ ਦੇ ਮੰਦਰ ਸੁੱਖ ਲਈ, ਉੱਥੋਂ ਗਾਹ ਨਿਕਲਿਆ ਗੁਰਦੁਆਰੇ ਗੁਰੂ ਘਰ ਸੁੱਖ ਲਈ, ਉੱਥੋਂ ਗਾ ਚਰਚ 'ਚ ਸੁੱਖ ਲਈ ਵੀ ਮੇਰਾ ਝੋਟਾ ਲੱਭ ਜੇ। ਤੇ ਉਹ ਕਰਦੇ ਜਦੋਂ ਸੁੱਖ ਕਰਨ ਲੱਗਿਆ ਨਾਲ ਤੁਹਾਡੇ ਵਰਗਾ ਸਿਆਣਾ ਬੰਦਾ ਹੀ ਕਹਿੰਦਾ ਕਿਉਂ ਵੀ ਫਲਾਨਾ ਸਿਆ, ਕਹਿੰਦਾ ਸੁੱਖਾਂ ਤੂੰ ਇੰਨੀਆਂ ਸੁੱਖ ਲਈਆਂ ਉਹਨੇ ਦਾ ਤਾਂ ਝੋਟਾ ਨਹੀਂ। ਕਹਿੰਦਾ ਕੋਈ ਨਹੀਂ, ਝੋਟੇ ਦੇ ਸਿੰਘਾਂ ਨੂੰ ਹੱਥ ਪੈ ਲੈਂਦੇ, ਇੱਕ ਵਾਰੀ ਝੋਟਾ ਮੇਰੇ ਹੱਥ 'ਚ ਆ ਲੈਂਦੇ, ਸੁੱਖ ਦੇਣੀ ਤਾਂ ਮੇਰੀ ਮਰਜ਼ੀ ਹੈ ਨਾ। ਬਿਲਕੁਲ ਨੱਥ ਮੇਰੇ ਆਉਂਦੇ ਝੋਟੇ ਦੀ ਇੱਕ ਹੀ, ਫਿਰ ਮੈਂ ਵੇਖੂੰਗਾ ਵੀ ਬਾਬੇ ਕਿੱਥੇ ਤੇ ਮੈਂ ਕਿੱਥੇ। ਉਹ ਗੱਲ ਹੈ ਵੀ ਇਹ ਜਿਹੜੇ ਕਹਿੰਦੇ ਵੀ ਇੱਕ ਵਾਰੀ ਕੁਰਸੀ ਦੇ ਦਿਓ, ਫਿਰ ਮੁੜ ਕੇ ਕਿਹੜੀਆਂ, ਜਿਵੇਂ ਅੱਜ ਕੈਪਟਨ ਸਾਹਿਬ ਕਹਿੰਦੇ ਵੀ ਚੰਨੀ ਸਾਹਿਬ ਕਹਿੰਦੇ ਵੀ 5 ਸਾਲਾਂ ਦੇ ਜਿਹੜਾ ਸਾਡਾ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਹਦੀਆਂ ਜਿਹੜੀਆਂ ਪ੍ਰਾਪਤੀਆਂ ਦੇ ਉੱਤੇ ਚੋਣ ਲੜਾਂਗੇ, ਉਹ ਕਹਿੰਦੇ 4.5 ਸਾਲ ਤਾਂ ਮੇਰੀ ਸਰਕਾਰ ਸੀ, ਫਿਰ ਉਦੋਂ ਫਿਰ ਮੈਨੂੰ ਕਿਉਂ ਲਾਇਆ ਕਹਿੰਦੇ ਗੱਦੀ ਤੋਂ, ਜੇ ਐਡੀਆਂ ਹੀ ਪ੍ਰਾਪਤੀਆਂ ਸੀਗੀਆਂ ਤਾਂ। ਨਹੀਂ ਉਹਨੇ ਇੱਕ ਵਾਰੀ ਨਹੀਂ ਕਿਹਾ, ਉਹਨਾਂ ਨੇ ਕਿਹਾ ਜਿਹੜੀ ਸਾਡੀਆਂ ਪ੍ਰਾਪਤੀਆਂ 100 ਦਿਨ ਉਹਦੀ ਗੱਲ ਕੀਤੀ ਉਹਨੇ ਚੰਨੀ ਨੇ। ਪਿਛਲੀ ਤੋਂ ਬਾਰ-ਬਾਰ ਆਲੋਚਨਾ ਕਰ ਰਹੇ ਨੇ, ਕੱਖ ਨਹੀਂ ਕੀਤਾ। ਨਹੀਂ ਪਰ 5 ਸਾਲ ਦੇ ਤਾਂ ਕਹਿ ਹੀ ਰਹੇ ਨਾ ਸਰਕਾਰ ਦੇ 5 ਸਾਲ ਦੀਆਂ ਪ੍ਰਾਪਤੀਆਂ। ਉਹ ਪਤਾ ਨਹੀਂ ਕਿਹਨੇ ਕਿਹਾ, ਮੇਰੇ ਨੋਟ ਸੀ ਚੰਨੀ ਨਹੀਂ ਕਿਹਾ, ਇੱਕ ਵਾਰੀ ਚੰਨੀ ਤੇ ਕਹਿ ਰਿਹਾ ਜੀ ਵੇਖੋ ਸਾਡੀ ਆ ਵੇਖੋ 100 ਦਿਨ ਦੀ ਮੇਰੀ ਹੈਗੀ ਰਿਕਾਰਡ ਜਿਹੜਾ ਤੁਸੀਂ ਉਹ ਮੈਂ ਮੁਖਾਰਿਆ ਪਿਆ, ਮੈਂ ਕੁਛ ਕੀਤਾ। ਪਰ ਆ ਬੜਾ ਕੀਤਾ, ਆ ਬੜਾ ਖਤਰਨਾਕ ਕੀਤਾ, ਬਹੁਤਾ ਕੀਤਾ, ਚੰਨੀ ਨੇ ਕੁਛ ਕੀਤਾ ਜੀ ਪੰਜਾਬੀ ਚ ਕਹੀਏ। ਬਿਲਕੁਲ ਮੱਥੇ ਤਾਂ ਲੱਗਿਆ। ਹੁਣ ਉਹੀ ਜਿਹੜੇ ਕੈਪਟਨ ਕਿਸੇ ਨੂੰ ਮਿਲਦੇ ਨਹੀਂ ਸੀ ਤੇ ਇੱਥੇ ਉਹੀ ਪੁਰਾਣੇ ਪੱਤਰਕਾਰਾਂ ਨੂੰ ਕਹਿਣ ਆ ਤੁਸੀਂ ਕਿੱਥੇ ਸੀ, ਮਿਲੇ ਹੀ ਨਹੀਂ ਕਿਤੇ। ਹੁਣ ਉਦੋਂ ਕੀ ਆਖੇ ਜੀ ਤੁਸੀਂ ਕਿੱਥੇ ਸੀ ਹੈਂ? ਹਾਂ ਤੁਸੀਂ ਤਾਂ ਬਾਹਰ ਹੀ ਨਹੀਂ ਨਿਕਲੇ, ਮਿਲਦੇ ਕਿੱਥੇ ਤੁਹਾਨੂੰ? ਜੇ ਹੁਣ ਵਾਂਗੂ ਨਿਕਲੇ ਹੁੰਦੇ ਤਾਂ ਮਿਲ ਲੈਂਦੇ। ਬਿਲਕੁਲ ਜੀ। ਤੇ ਪੰਜਾਬ ਦਾ ਇੱਕ ਬੜੀ ਆ ਗਈ ਜੀ ਸਥਿਤੀ, ਕਹਿੰਦੇ ਨਾਈਟ ਕਰਫਿਊ ਲੱਗ ਗਿਆ, ਰਾਤ ਦੇ 10 ਤੋਂ 5 ਵਜੇ ਤੱਕ ਸਾਰੇ ਸਕੂਲ ਕਾਲਜ ਬੰਦ, ਬੱਸਾਂ 50% ਸਮਰੱਥਾ ਨਾਲ ਚੱਲਣਗੀਆਂ, ਜਿਮ ਸਵਿਮਿੰਗ ਪੂਲ ਸਪੋਰਟਸ ਕੰਪਲੈਕਸ ਬੰਦ ਕਰਨ ਦੇ ਹੁਕਮ ਕਰ ਦਿੱਤੇ ਜੀ, ਸਿਨੇਮਾ ਹਾਲ ਤੇ ਸ਼ਾਪਿੰਗ ਹਾਲ ਵੀ 50%, ਬਾਰ ਤੇ ਹੋਰ ਰੈਸਟੋਰੈਂਟ ਵੀ 50% ਸਮਰੱਥਾ ਨਾਲ ਖੁੱਲ੍ਹੇ ਰਹਿਣਗੇ। ਸਥਿਤੀ ਕਰੋਨਾ ਦੀ
ਇੱਕ ਨਾ ਚੁਟਕਲਾ ਛਪਿਆ ਸੀ ਅੱਜ ਉਹਦੇ ਵਿੱਚ ਜਗਬਾਣੀ 'ਚ। ਜੀ। ਇੱਕ ਬੱਚਾ ਟੀਚਰ ਨੂੰ ਪੁੱਛਦਾ ਸੀ, ਇਹ ਦੱਸੋ ਲਾਕਅਪ ਤੇ ਲਾਕਡਾਊਨ 'ਚ ਕੀ ਫਰਕ ਹੁੰਦਾ? ਉਹ ਕਹਿੰਦਾ ਲਾਕਅਪ ਦੇ ਵਿੱਚ ਪੁਲਿਸ ਜਿਹੜੀ ਅੰਦਰ ਵੜ ਕੇ ਕੁੱਟਦੀ ਆ, ਲਾਕਡਾਊਨ ਤੇ ਬਾਹਰ ਨਿਕਲ ਕੇ ਕੁੱਟਦੀ ਆ। ਇੱਦਾਂ ਫਰਕ ਪਤਾ ਫਰਕ ਨਹੀਂ ਗਾ ਲਾਕਡਾਊਨ ਤੇ ਲਾਕਅਪ 'ਚ। ਹੁਣ ਵੇਖੋ ਪੁਲਿਸ ਦਾ ਰਵੱਈਆ ਕੀ ਹੁੰਦਾ। ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਤੇ ਡੀਸੀ ਨੇ ਇੰਨੀ ਗੱਲ ਕਹੀ ਕਿ 2 ਦਿਨ ਅਸੀਂ ਛੋੜ ਦਿਆਂਗੇ, ਲੋਕਾਂ ਨੂੰ ਸਮਝਾਵਾਂਗੇ ਭਾਈ ਕਰੋਨਾ ਜਿਹੜਾ ਉਹ ਫੇਰ ਆ ਰਿਹਾ ਵਾ, ਓਮਿਕਰੋਨ ਜਿਹੜਾ ਬਹੁਤ ਜਲਦੀ ਫੈਲਦਾ ਵਾ ਤੇ ਅਸੀਂ ਇਸ ਕਰਕੇ ਰਾਤ ਦਾ ਕਰਫਿਊ ਲਾਇਆ। ਲੇਕਿਨ ਤੁਹਾਨੂੰ ਪਤਾ ਕਿ WHO ਨੇ ਬਕਾਇਦਾ ਝਾੜ ਪਾਈ ਇਹਨਾਂ ਵਿੱਚ। ਉਹ ਕਹਿੰਦਾ ਜਦੋਂ ਲੋਕ 1% ਬਾਹਰ ਨਿਕਲਦੇ ਤੁਸੀਂ ਕਰਫਿਊ ਲਾਉਂਦੇ ਹੋ, ਜਦੋਂ 99% ਬਾਹਰ ਹੁੰਦੇ ਉਦੋਂ ਤੁਸੀਂ ਕਹਿੰਦੇ ਜਿੱਥੇ ਵੀ ਤੁਰੇ ਫਿਰੋ ਤੁਸੀਂ, ਕੋਈ ਪਰਵਾਹ ਨਹੀਂ। ਬਕਾਇਦਾ ਤੌਰ ਤੇ ਅੱਜ ਸੰਪਾਦਕੀ ਲਿਖੀ ਜਿਹੜੀ ਜਗਬਾਣੀ ਨੇ ਸਾਰੀ WHO ਤੇ ਲਿਖੀ ਸਾਰੀ ਵੀ WHO ਨੇ ਕਿਹੜੀ ਗੱਲਾਂ ਨੂੰ ਗੱਲ ਕਹੀ ਹੈ ਤੇ ਕੀ ਕਿਹਾ ਵਾ। ਇਸ ਕਰਕੇ ਸਾਨੂੰ ਸਮਝ ਨਹੀਂ ਵੀ ਰਾਤ ਦਾ ਕਰਫਿਊ ਲਾਉਣ ਦਾ ਮਤਲਬ ਕੀ ਇਹਨਾਂ ਦਾ। ਬਾਕੀ ਰਾਤ ਨੂੰ ਦੁਨੀਆ ਸੁੱਤੀ ਹੁੰਦੀ ਆਪਣੇ ਘਰਾਂ ਦੇ ਵਿੱਚ, ਦਿਨ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਘੱਟ ਤੋਂ ਘੱਟ ਦੁਕਾਨਾਂ ਜਿਹੜੀਆਂ ਬਹੁਤ ਹੀ ਜ਼ਰੂਰੀ ਆ ਉਹ ਨਹੀਂ ਖੁੱਲਣਗੀਆਂ, ਆਹ ਖੁੱਲ੍ਹ ਰਹੀਆਂ। ਜਿਹੜੇ ਬੰਦੇ ਆ, ਜਿਵੇਂ ਤੁਸੀਂ ਹੁਣ ਗੱਲ ਕਰਤੀ ਇਹਨਾਂ ਨੇ ਵੀ ਕੋਈ ਵੀ ਪ੍ਰਾਈਵੇਟ ਅਦਾਰੇ ਜਾਂ ਗਵਰਨਮੈਂਟ ਅਦਾਰੇ 50% ਆਪਣੇ ਮੁਲਾਜ਼ਮ ਬੁਲਾ ਕੇ ਕੰਮ ਕਰਨਗੇ, ਪੂਰੇ ਮੁਲਾਜ਼ਮ ਨਹੀਂ ਹੋਣਗੇ। ਬਕਾਇਦਾ ਤੌਰ ਤੇ ਜਿਹੜਾ ਮਾਸਕ ਆ ਉਹ ਕੰਪਲਸਰੀ ਕਰ ਦਿੱਤਾ ਗਿਆ, ਜਿਹੜੀ ਡਿਸਟੈਂਸ ਕੰਪਲਸਰੀ ਕਰ ਦਿੱਤਾ ਗਿਆ ਵਾ। ਧਾਰਮਿਕ ਸਥਾਨਾਂ ਤੇ ਰਾਜਨੀਤਿਕ ਭਾਜੀ ਘਟਾਈ ਜਾਊਗੀ ਸੀ ਜੇ ਇਸ ਤਰ੍ਹਾਂ ਉਹਨੇ ਕਿਹਾ ਸਾਰੀਆਂ ਗੱਲਾਂ ਹਨ। ਲੇਕਿਨ WHO ਦੀ ਵੀ ਗੱਲ ਠੀਕ ਆ ਵੀ ਰਾਤ ਨੂੰ ਜਦੋਂ 1% ਲੋਕ ਬਾਹਰ ਹੁੰਦੇ ਉਦੋਂ ਤੋਂ ਤੁਸੀਂ ਕਹਿੰਦੇ ਵੀ ਕਰਫਿਊ ਲਾ ਦਿਓ, ਤੇ ਜਿਹੜੇ ਤੁਸੀਂ ਕਹਿੰਦੇ ਕੋਈ ਗੱਲ ਨਹੀਂ, ਜੋ ਮਰਜ਼ੀ ਕਰੀ ਜਾਓ ਤੁਸੀਂ। ਔਰ ਤੁਹਾਨੂੰ ਇਹ ਦੱਸਦੇ ਆ ਜੇ ਐਤਕੀ ਇਹਨਾਂ ਲਾਕਡਾਊਨ 2 ਮਹੀਨੇ ਲਾਤਾ ਤੇ ਹਿੰਦੁਸਤਾਨ ਬਰਬਾਦ ਹੋ ਜਾਏਗਾ। ਲੋਕ ਸੜਕਾਂ ਤੇ ਰੁਲ ਜਾਣਗੇ, ਲੋਕਾਂ ਪਰਵਾਹ ਨਹੀਂ ਕਰਨੀ, ਲੋਕਾਂ ਨਿਕਲਣਾ ਘਰੋਂ ਬਾਹਰ, ਜਾਓ ਜੋ ਕਰਨਾ ਕਰ ਲਓ, ਐਵੇਂ ਭੁੱਖੇ ਮਰਨ ਨਾਲੋਂ ਆਈ ਮੇਰੇ ਚੰਗੇ। ਬਿਲਕੁਲ ਜੀ। ਉਹੀ ਚੀਜ਼ ਆ ਨਾ ਜੀ, ਭੁੱਖੇ ਮਰਨ ਨਾਲੋਂ ਤਾਂ ਇਹਨਾਂ ਦੇ ਆਹ ਚੀਜ਼ ਆ ਉਹਦੇ ਚੜ੍ਹ ਜੋ ਹਾਲਾਤ ਜਿਹੜੇ ਨੇ ਆਏ। ਤੇ ਗੱਲ ਇਹ ਹੈ ਵੀ ਉੱਧਰ ਆਪਾਂ ਪ੍ਰਧਾਨ ਮੰਤਰੀ ਜੀ ਦੀ ਰੈਲੀ ਦੀ ਕੀਤੀ ਸੀ, ਉਹ ਗੱਲ ਕਾਏ ਆਏ ਆ ਜਿਵੇਂ ਤੁਸੀਂ ਕਿਹਾ ਵੀ ਹੋਰ ਤਾਂ ਕੋਈ ਮੈਨੂੰ ਨਹੀਂ ਲੱਗਦਾ ਗਾ ਵੀ ਜਾਊਗਾ ਜਾਂ ਕੀ ਹੋਊਗਾ। ਪਰ ਲਾਡੀ ਸਾਹਿਬ ਕਹਿੰਦੇ ਭਾਈ ਨਾ 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 ਨਾ, ਘਰ ਤਾਂ ਘਰ ਹੀ ਹੁੰਦਾ ਹੈ, ਜੋ ਸੁੱਖ ਛੱਜੂ ਦੇ ਚਵਾਰੇ ਉਹ ਵਲਖ ਨਾ ਬੁਖਾਰੇ। ਜਿਹੜੀ ਕਾਂਗਰਸ ਪਾਰਟੀ ਹੈ ਨਾ ਜੀ, ਇਹਨਾਂ ਦੇ ਕਈ ਮੂੰਹ ਨੇ, ਇੱਕ ਮੂੰਹ ਨਹੀਂ ਹੈਗਾ ਜੀ। ਘੱਟੋ ਘੱਟ ਹਰ ਪਾਰਟੀ 'ਚ ਕੋਈ ਸਪੋਕਸ ਪਰਸਨ ਹੁੰਦਾ ਵਾ, ਉਹ ਗੱਲ ਕਰਦਾ, ਉਹ ਕਹਿੰਦੇ ਜੀ ਸਪੋਕਸ ਪਰਸਨ ਨਾਲ ਗੱਲ ਕਰੋ, ਸਾਡੇ ਨਾਲ ਗੱਲ ਨਾ ਕਰੋ। ਇੱਥੇ ਸਾਰੇ ਸਪੋਕਸ ਪਰਸਨ ਜੀ। ਕੁਛ ਦਿਨ ਪਹਿਲਾਂ ਬਕਾਇਦਾ ਤੌਰ ਤੇ ਰਾਜ ਕੁਮਾਰ ਵੇਰਕੇ ਨੇ ਇੱਕ ਬਿਆਨ ਦੇ ਦਿੱਤਾ ਵੀ ਜਿਹੜਾ ਲਾਡੀ ਹੈ, ਬਲਵਿੰਦਰ ਸਿੰਘ ਲਾਡੀ, ਉਹਦਾ ਕੰਮ ਸੈਟਿਸਫਾਈ ਨਹੀਂ, ਉਹਦੀ ਟਿਕਟ ਰੱਦ ਕੀਤੀ ਜਾਂਦੀ ਆ। ਵੀ ਤੂੰ ਕੌਣ ਕਰਨ ਵਾਲਾ ਵੀ? ਉਹਨੇ ਕਿਹਾ ਚੰਗਾ ਫਿਰ ਇਦਾਂ ਦੇ ਸੀ। ਉਹ ਫਿਰ ਜਦੋਂ ਬਕਾਇਦਾ ਤੌਰ ਤੇ ਫਤਿਹ ਜੰਗ ਸਿੰਘ ਜਿਹੜਾ ਸੀ ਬਾਜਵਾ ਉਧਰ ਗਿਆ, ਉਹ ਨਾਲੋਂ ਵੀ ਚਲੇ ਗਿਆ ਤੇ ਮੈਂ ਵੀ ਚੱਲਿਆ ਜੀ। ਉਹਨੂੰ ਲਿਆਉਣ ਵਾਸਤੇ, ਵਾਪਸ ਲਿਆਉਣ ਵਾਸਤੇ ਕਵਾਇਦ ਸ਼ੁਰੂ ਹੋ ਗਈ ਕਿ ਚੰਨੀ ਸਾਹਿਬ ਜਿਹੜੇ ਖਾਸ ਇੰਟਰਸਟ ਲਿਆ ਉਹਨਾਂ ਨੇ, ਉਹ ਰਿਜ਼ਰਵ ਸੀਟ ਆਓ। ਜਿਹੜੇ ਬਿਆਸ ਹਲਕੇ ਤੋਂ ਵੀ ਰਿਜ਼ਰਵ ਸੀਟ ਆ, ਸੰਤੋਖ ਸਿੰਘ ਭਲਾਈਪੁਰ ਜਿਹੜੇ ਉਹਨਾਂ ਦੇ ਕੁਲ ਬਣੇ ਹੋ, ਬਲਵਿੰਦਰ ਸਿੰਘ ਲਾਡੀ ਜਿਹੜੇ ਜੀ, ਉਹਨਾਂ ਦੀ ਬਕਾਇਦਾ ਡਿਊਟੀ ਲੱਗੀ। ਮੁੱਖ ਮੰਤਰੀ ਸਾਹਿਬ ਨੇ ਕਿਹਾ ਮੈਨੂੰ ਮਿਲਾਓ। ਮੁੱਖ ਮੰਤਰੀ ਸਾਹਿਬ ਨੂੰ ਮਿਲਾਇਆ ਤੇ ਮੁੱਖ ਮੰਤਰੀ ਸਾਹਿਬ ਦੱਸ ਵੀ ਗੱਲ ਕੀ ਕਹਿੰਦਾ ਜੀ, ਇਹ ਫਲਾਣੇ ਬੰਦੇ ਨੇ ਬਿਆਨ ਦਿੱਤਾ ਵੀ ਮੇਰੀ ਜਿਹੜੀ ਟਿਕਟ ਰੱਦ ਕਰਦੀ, ਉਹਨਾਂ ਉਹਦੇ ਕੋਲ ਕੀ ਅਧਿਕਾਰ। ਇਸ ਵਾਰੀ ਕਈ ਵਾਰੀ ਜਿਹੜੀਆਂ ਗੱਲਾਂ ਆਪਾਂ ਬੇਹੂਜਾ ਕਰ ਦਿੰਦੇ ਆ ਨਾ, ਉਹ ਵੈਸੇ ਵੀ ਗੜਬੜ ਕਰ ਦਿੰਦੀਆਂ। ਕਿਹਾ ਫਿਰ ਉਹ ਕਹਿੰਦਾ ਤੇਰੀ ਟਿਕਟ ਨਹੀਂ ਮਿਲੇਗੀ, ਤੈਨੂੰ ਭਰੋਸਾ ਦਵਾਤਾ। ਕਹਿੰਦਾ ਠੀਕ ਹੈ ਜੀ, ਮੈਂ ਵਾਪਸ ਆ ਜਾਂਦਾ। ਜਦੋਂ ਉਹਨੂੰ ਪੁੱਛਿਆ, ਉਹ ਕਹਿੰਦਾ ਜੀ ਮੈਂ ਤੇ ਆਪਣੇ ਇਲਾਕੇ ਦੀ ਭਲਾਈ ਵਾਸਤੇ ਗਿਆ ਵੀ ਸੈਂਟਰ ਤੋਂ ਫੰਡ ਹੋਣੇ ਆ, ਫੰਡ ਫੁੱਲ ਲੈ ਲਈਏ ਥੋੜੇ ਬਾਲੇ, ਫਿਰ ਗੱਲ ਕਰਾਂਗੇ। ਲੇਕਿਨ ਫੰਡ ਕਿੱਥੋਂ ਮਿਲਣੇ ਚਾਹੀਦੇ ਇੰਨੀ ਜਲਦੀ ਤੇ? ਮੁੜ ਕੇ ਅਗਲੇ ਦਿਨ ਕਹਿਤਾ ਜੀ ਵੇਖੋ ਮੈਂ ਵਾਪਸ ਕਿਉਂ ਆਇਆ, ਇਸ ਕਰਕੇ ਵੀ ਮੈਨੂੰ ਹਲਕੇ ਦੇ ਲੋਕਾਂ ਨੇ, ਮੇਰੇ ਵਰਕਰਾਂ ਨੇ, ਮੇਰੇ ਸਮਰਥਕਾਂ ਨੇ ਇੰਨੀ ਗੱਲ ਕਹੀ ਵੀ ਤੂੰ ਗਲਤ ਪਾਰਟੀ ਚੱਲੇਗਾ, ਤੂੰ ਵਾਪਸ ਆ ਜਾ। ਭਾਈ ਤੂੰ ਪਹਿਲਾਂ ਪੁੱਛ ਕੇ ਨਹੀਂ ਗਿਆ ਉਹਨਾਂ ਨੂੰ, ਹੁਣ ਤੂੰ ਕਹਿੰਦਾ ਵਾਪਸ ਆਉਣ ਦੀ ਗੱਲ ਕੀਤੀ। ਚੰਗੀ ਗੱਲ ਆ, ਚਲੋ ਲੌਟ ਕੇ ਬੱਧੂ ਘਰ ਕੋ ਆਏ, ਚੰਗੀ ਗੱਲ। ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵੀ ਤਾਂ ਭੁੱਲਿਆ ਨਹੀਂ ਕਹੀਦਾ। ਲੇਕਿਨ ਡਾਕਟਰ ਰਾਜ ਕੁਮਾਰ ਨੂੰ ਵੀ ਚਾਹੀਦਾ ਵੀ ਇਹੋ ਜਿਹੇ ਬੇਤੁਕੇ ਜਿਹੇ ਬਿਆਨ ਦੇ ਕੇ ਜਿਹੜੀ ਉਹ ਸਮਾਪਨ ਪੈਦਾ ਨਾ ਕਰੇ ਪਾਰਟੀ ਦੇ ਵਿੱਚ, ਲੋਕਾਂ ਦੇ ਸਮਾਪਨ ਪੈਦਾ ਨਾ ਕਰੇ। ਜੀ
ਤੇ ਆਪਣੇ ਅੱਜ ਲੋਕ ਇਨਸਾਫ ਪਾਰਟੀ ਵਾਲਿਆਂ ਨੇ ਥੋੜ੍ਹਾ ਜਿਹਾ ਹੁੱਲੜ ਜਿਹੀ ਕੀਤੀ ਆਪਦਾ, ਚਲੋ ਉੱਥੇ ਰੈਲੀ ਰੂਲੀ ਕੱਢੀ, ਨਹੀਂ ਤਾਂ ਬਲਵਿੰਦਰ ਸਿੰਘ ਤਾਂ ਕਰੀ ਜਾਂਦੇ, ਦੂਜਾ ਜਿਹੜਾ ਛੋਟਾ ਹੈਗਾ ਉਹ ਜਮਾਂ ਹੀ ਚੁੱਪ ਹੈ। ਨਹੀਂ, ਉਹ ਕੇਸ ਕਰਕੇ ਚੁੱਪ ਨਾ ਜੀ। ਅੱਛਾ, ਉਹਦਾ ਅਜੇ ਕੇਸ ਜਿਹੜਾ ਵਾ ਉਹ ਅਜੇ ਪਾਈਪਲਾਈਨ ਦੇ ਵਿੱਚ ਆ। ਅਜੇ ਉਹਨੂੰ ਪਤਾ ਨਹੀਂ ਕਿਹੜੇ ਵੇਲੇ ਗ੍ਰਿਫਤਾਰੀ ਹੋ ਜਾਣੀ ਹੈ। ਅਗਲੀ ਤਰੀਕ ਦੇ ਉੱਤੇ ਜੱਜ ਨੇ ਕੀ ਆਰਡਰ ਕਰਨੇ ਪਤਾ ਕੋਈ ਨਹੀਂ ਉਹਦਾ। ਇਸ ਕਰਕੇ ਉਹ ਚੁੱਪ ਆ ਵੀ ਮੈਂ ਜੇ ਹਾਈਲਾਈਟ ਜਿਸ ਤਰ੍ਹਾਂ ਹੋਇਆ ਤਾਂ ਹੋ ਸਕਦਾ ਵੀ ਮੇਰੇ ਤੇ ਕੋਈ ਸਖਤ ਐਕਸ਼ਨ ਹੋ ਜਾਏ, ਉਹਨੂੰ ਚੰਗਾ ਵੀ ਚੁੱਪ ਹੀ ਰਹੋ। ਇਸ ਕਰਕੇ ਚੁੱਪ ਹੈ। ਤੇ ਬਲਵਿੰਦਰ ਸਿੰਘ ਹੋਰੀ ਵੈਸੇ ਵੀ ਤੁਹਾਨੂੰ ਪਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਨਾਲੇ ਜੀ, ਤੇ ਉਹ ਧਾਰਮਿਕ ਤੌਰ ਤੇ ਕਾਫੀ ਮਜ਼ਬੂਤ ਨੇ। ਗੁਰਬਾਣੀ ਵੀ ਆਉਂਦੀ ਆ, ਇਤਿਹਾਸ ਵੀ ਆਉਂਦਾ ਵਾ। ਇੱਕ ਸਪੀਚ ਕੀਤੀ ਸੀ ਉਹਨਾਂ ਵਿਧਾਨ ਸਭਾ ਦੇ ਵਿੱਚ 15-20 ਮਿੰਟ ਦੀ, ਬੜੀ ਇਤਿਹਾਸਕ ਸਪੀਚ ਸੀ ਉਹਨਾਂ ਦੀ। ਇਸ ਕਰਕੇ ਹੁਣ ਕੱਲੇ ਜਿਹੜੇ ਉਹ ਵੱਡੇ ਛੋਟੇ ਭਰਾ ਕਰਕੇ, ਮੈਂ ਤੇ ਜਿਹੜਾ ਛੋਟਾ ਭਰਾ ਜ਼ਿਆਦਾ ਵਿਚਰਦਾ ਹੁੰਦਾ ਸੀ, ਦੇਖੋ ਇਸ ਕਰਕੇ ਚੁੱਪ ਹੈ। ਤੇ ਹੁਣ ਵੱਡਾ ਭਰਾ ਜਿਹੜਾ ਵਿਚਰ ਰਿਹਾ ਵਾ, ਚੰਗੀ ਗੱਲ ਹੈ ਕਿ ਉਹ ਇਲੈਕਸ਼ਨ ਸਿਰ ਤੇ ਆ। ਉੱਥੇ ਜਾ ਕੇ ਤੁਸੀਂ ਪੁੱਛੋ ਨਾ, ਉਹ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਬੀਬੀਆਂ ਨੂੰ ਪੁੱਛੋ, ਬੀਬੀ ਜੀ ਵੋਟ ਕਿਹਨੂੰ ਪਾਉਣੀ ਆ? ਉਹ ਕਹਿੰਦੀ ਭੈਂਸਾਂ ਨੂੰ ਜੀ। ਉਹ ਬੈਂਸ ਤੇ ਕਹਿੰਦੀਆਂ ਨਹੀਂ ਭੈਂਸਾਂ ਨੂੰ, ਕਿਉਂਕਿ ਉਹਨਾਂ ਨੇ ਬਕਾਇਦਾ ਤੌਰ ਤੇ ਆਪਣਾ ਸਿਸਟਮ ਜਿਹੜਾ ਬਣਾਇਆ। ਜਿਹੜਾ ਬੰਦਾ ਸਵੇਰੇ ਆਪਣਾ ਆਉਂਦਾ ਫਾਈਲ ਲੈ ਕੇ ਆਉਂਦਾ, ਜੀ ਮੇਰਾ ਆਹ ਕੰਮ ਆ, ਉਹਦੀ ਫਾਈਲ ਬਕਾਇਦਾ ਤੌਰ ਤੇ ਉਹਦਾ ਕਲਰਕ ਰੱਖ ਦਿੰਦਾ, ਕਹਿੰਦਾ ਸ਼ਾਮੀ ਆ ਕੇ ਲੈ ਜੀ 6 ਵਜੇ ਆ ਕੇ ਲੈ ਜੀ। ਉਹ ਆਪ ਜਾ ਕੇ ਉਹਨਾਂ ਦੇ ਬੰਦੇ ਜਾ ਕੇ ਕੰਮ ਕਰਾ ਕੇ ਆਉਂਦੇ। ਕਿਉਂ ਨਹੀਂ ਲੋਕ ਵੋਟ ਪਾਉਣਗੇ ਉਹਨਾਂ ਨੂੰ? ਇਸ ਕਰਕੇ ਉਮੀਦ ਆ ਵੀ ਉਹ 2 ਸੀਟਾਂ ਤੋਂ ਲੈ ਜਾਣਗੇ, ਬਾਕੀ ਦਾ ਪਤਾ ਨਹੀਂ। ਬਾਕੀ ਜਗ੍ਹਾ ਤੋਂ ਉਮੀਦਵਾਰ ਤਾਂ ਆਪਣੇ ਖੜੇ ਕਰਨੇ ਆ, ਲੇਕਿਨ ਆਹ ਜਿਹੜਾ ਪੰਗਾ ਪੈ ਗਿਆ ਸਿਮਰ ਵਾਲਾ, ਉਹ ਥੋੜਾ ਜ਼ਰੂਰ ਉਹਨਾਂ ਵਾਸਤੇ ਔਖਾ ਕੰਮ ਕਰ ਰਿਹਾ ਜੀ। ਜੀ ਕਿਉਂਕਿ ਹਾਈ ਕੋਰਟ ਚੋਂ ਵੀ ਜ਼ਮਾਨਤ ਰੱਦ ਹੋ ਗਈ ਨਾ, ਉੱਥੋਂ ਹੀ ਤਾਂ ਪਰਚਾ ਹੋਇਆ। ਹਾਂਜੀ, ਹਾਈ ਕੋਰਟ ਜ਼ਮਾਨਤ ਰੱਦ ਹੋ ਗਈ। ਤੇ ਫਿਰ ਆਮ ਆਦਮੀ ਪਾਰਟੀ ਤੇ ਰਾਜੇਵਾਲ ਸਾਹਿਬ ਦੀ ਦਾਲ ਗਲੀ ਨਹੀਂ ਜੀ ਹੈ। ਵੇਖੋ, ਰਾਜੇਵਾਲ ਸਾਹਿਬ ਦੀ ਦਾਲ ਗਲ ਜਾਣੀ ਸੀ ਜੇ ਕਿਤੇ ਸਾਰੀਆਂ ਕਿਸਾਨ ਜਥੇਬੰਦੀਆਂ ਸਪੋਰਟ ਕਰ ਦਿੰਦੇ। ਅੱਜ ਵੇਖੋ, ਜੇ 22 ਕਿਸਾਨ ਜਥੇਬੰਦੀਆਂ ਸੀ ਕਿ ਉਹਨਾਂ ਦੇ ਵਿੱਚ 4-5 ਖਿਸਕੂ ਫਿਰਦੀਆਂ ਵੀ ਨਹੀਂ ਵੀ ਅਸੀਂ ਨਹੀਂ ਇਲੈਕਸ਼ਨ ਲੜਨੀ, ਕਾਦੀਆਂ ਉਹਦੇ ਪਿੱਛੇ ਚਲੇ ਗਏ ਆਪਣੇ ਆਪ ਹੀ ਜੀ। ਇਸ ਕਰਕੇ ਜੇ ਹੋਰ ਵੀ ਜਥੇਬੰਦੀਆਂ ਚਲੇ ਜਾਂਦੀਆਂ, ਫਿਰ ਰਾਜੇਵਾਲ ਹੋਰਾਂ ਦੇ ਬਹੁਤਾ ਪੱਲੇ ਰਹਿੰਦਾ ਨਹੀਂ। ਤੇ ਫਿਰ ਕਾਂਗਰਸ ਜਿਹੜੀ ਆਮ ਆਦਮੀ ਪਾਰਟੀ ਉਹ ਐਸੀ ਸਰਕਾਰ ਬਣਾ ਕੇ ਬੈਠੀ ਆਪਣੀ ਪੰਜਾਬ ਦੇ ਵਿੱਚ ਜੀ। ਲੇਕਿਨ ਉੱਥੇ ਲੀਡਰ ਜ਼ਿਆਦਾ ਆ, ਵਰਕਰ ਘੱਟ ਆ। ਜਿੰਨਾ ਵੀ ਲਾਸ ਕਰਨਾ ਵਾ ਕਿਸਾਨ ਸੰਯੁਕਤ ਸਮਾਜ ਮੋਰਚੇ ਨੇ ਨੁਕਸਾਨ ਕਰਨਾ, ਉਹ ਸਾਰੇ ਦਾ ਸਾਰਾ ਅਕਾਲੀ ਦਲ ਦਾ ਤੇ ਆਮ ਆਦਮੀ ਪਾਰਟੀ ਦਾ ਕਰਨਾ। ਜਿਹੜੀ ਫਲੋਟਿੰਗ ਵੋਟ ਜਿਹੜੀ ਪੈਣੀ ਸੀ ਆਮ ਆਦਮੀ ਪਾਰਟੀ, ਉਹ ਸਾਰੀ ਸੰਯੁਕਤ ਸਮਾਜ ਮੋਰਚੇ ਨੂੰ ਪਵੇਗੀ ਜੀ। ਕਿਸਾਨ ਵੋਟ ਪਾਉਣਗੇ ਉਹਨਾਂ ਨੂੰ। ਜਿਹੜੀ ਬਾਕੀ ਕਿਸਾਨ ਪੱਕੇ ਤੌਰ ਤੇ ਜੁੜੇ ਨੇ, ਕੋਈ ਕਾਂਗਰਸ ਨਾਲ ਜੁੱਤਿਆ, ਕੋਈ ਕਾਲੀਆਂ ਨੂੰ ਦਲਿਆ, ਉਹ ਤਾਂ ਵੋਟਾਂ ਉਹਨਾਂ ਨੂੰ ਪਣੀ ਪੈਣੀ ਹੈ। ਲੇਕਿਨ ਦੀ ਫਲੋਟਿੰਗ ਵੋਟ ਇੱਧਰ ਉਧਰ ਦੀ ਵੋਟ ਆ, ਉਹ ਸੰਯੁਕਤ ਜਿਹੜਾ ਸਮਾਜ ਮੋਰਚਾ ਜ਼ਰੂਰ ਲੈ ਜਾਏਗਾ, ਭਾਵੇਂ ਜਿੱਤੇ ਨਾ ਜਿੱਤੇ ਉਹ ਬਾਅਦ ਦੀ ਗੱਲ ਜੀ। ਉਹਦੇ ਵਿੱਚ ਬੜੀ ਕੋਸ਼ਿਸ਼ ਕੀਤੀ ਸੀ ਰਾਜੇਵਾਲ ਸਾਹਿਬ ਨੇ, ਚਲੋ ਕਿਸੇ ਗੱਲ ਤੇ ਸਮਝੌਤਾ ਆਮ ਆਦਮੀ ਪਾਰਟੀ ਨਾਲ ਹੋ ਜਾਏ। ਚੰਗਾ ਕੀਤਾ ਨਹੀਂ ਕੀਤਾ, ਕਿਉਂਕਿ ਬਹੁਤ ਸਾਰੇ ਕਹਿੰਦੇ ਸੀ ਕਿ ਸਾਡਾ ਤਾਂ ਉਹਨਾਂ ਦਾ ਫਰਕ ਹੀ ਹੋਇਆ। ਸਾਡੇ ਮੋਰਚੇ ਦਾ ਤੇ ਪਾਰਟੀ ਦਾ ਫਰਕ ਵੀ ਅਜੇ ਉਹਨਾਂ ਨੇ ਅਸੀਂ ਰਵਾਇਤੀ ਪਾਰਟੀ ਨਾਲ ਸਮਝੌਤੇ ਕਰਨੇ ਆ, ਜਿਹਦੇ ਕਰਕੇ ਸਮਝੌਤਾ ਨਹੀਂ ਹੋ ਸਕਿਆ। ਨਾਲੇ ਹੁਣ ਸੀਟਾਂ ਤੇ ਰਹਿ ਗਈਆਂ ਸਾਰੀਆਂ 10 ਜਿਹੜੀਆਂ ਉਹਨਾਂ ਅਨਾਊਂਸ ਕਰਨੀਆਂ। ਮਗਰ ਕੀ ਰਹਿ ਗਿਆ ਹੁਣ? ਤੇ ਬਾਕੀ ਸਾਰੀ ਅਨਾਊਂਸ ਕਰ ਚੁੱਕੇ। ਉਹਨਾਂ ਨੂੰ ਪਤਾ ਸੀ ਵੀ ਇਕੱਠੇ ਨਹੀਂ ਹੈਗੇ ਤੇ ਸਾਨੂੰ ਪਤਾ ਫਾਇਦਾ ਨਹੀਂ ਹੋਣਾ, ਸਾਨੂੰ ਇਕੱਲੇ ਇਲੈਕਸ਼ਨ ਲੜਦੇ, ਜੋ ਹੋਊਗਾ ਵੇਖੀ ਜਾਊਗਾ ਜੀ। ਸੋ ਜਿਹੜੀ ਗੱਲ ਕਰਦੇ ਨਾ ਚੰਡੀਗੜ੍ਹ ਦੀ ਜੀ, ਬਕਾਇਦਾ ਤੌਰ ਤੇ ਰਾਜੇਵਾਲ ਸਾਹਿਬ ਦਾ ਬਿਆਨ ਸੀ ਵੀ ਆਮ ਆਦਮੀ ਪਾਰਟੀ ਵਾਲੇ ਇਹਨੂੰ ਆਪਣੀ ਜਿੱਤ ਨਾ ਸਮਝਣ, ਇਹ ਸਿਰਫ ਕਿਸਾਨ ਮੋਰਚੇ ਦੀ ਜਿੱਤ ਜੀ। ਕਿਸਾਨਾਂ ਦੇ ਕਰਕੇ ਜਿਹੜਾ ਰੋਸ ਸੀਗਾ, ਉਹਦੇ ਕਰਕੇ ਕਾਂਗਰਸ ਨੂੰ ਤੇ ਜਿਹੜੀਆਂ ਦੂਜਿਆਂ ਨੂੰ ਬੀਜੇਪੀ ਨੂੰ ਵੋਟਾਂ ਨਹੀਂ ਪਈਆਂ, ਤੁਹਾਨੂੰ ਪੈ ਗਈਆਂ ਜੀ। ਤੁਸੀਂ ਮਤ ਸਮਝੋ, ਮਤ ਜਲੂਸ ਕਰਦੇ ਫਿਰ ਸਾਡੀ ਜਿੱਤ ਹੈਗੀ ਹੈ। ਤੇ ਕੁਛ ਹੱਦ ਤੱਕ ਗੱਲ ਵੀ ਸਹੀ ਹੈ ਕਿ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਵੀ ਕਿਸਾਨਾਂ ਦੇ ਹੱਕ 'ਚ ਬੜੇ ਗੁਜ਼ਾਰੇ ਹੋਏ ਸੀ ਉਸ ਟਾਈਮ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ, ਤੇ ਇਸ ਵਕਤ ਮੇਰੇ ਨਾਲ ਸਰਦਾਰ ਜਸਬੀਰ ਸਿੰਘ ਪੱਟੀ ਹੋਰੀ ਜੁੜੇ ਹੋਏ ਨੇ। ਤੇ ਜੇਕਰ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਕੋਈ ਐਡਵਰਟੀਜ਼ਮੈਂਟ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਪ੍ਰੋਗਰਾਮ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਬਹੁਤ ਸਵਾਗਤ ਹੈ। ਫ਼ੋਨ ਨੰਬਰ ਮੇਰਾ ਤੁਸੀਂ ਨੋਟ ਕਰ ਲਓ, 9780141741 97801 41741। ਸੋ ਟਕੈਤ ਸਾਹਿਬ ਫਤਿਹਗੜ੍ਹ ਸਾਹਿਬ ਵੀ ਆਏ ਜੀ, ਤੇ
ਇੱਥੇ ਉਹਨਾਂ ਨੇ ਸੰਬੋਧਨ ਵੀ ਕੀਤਾ ਸੰਗਤਾਂ ਨੂੰ, ਕੀ ਕੁਝ ਕਹਿ ਗਏ ਨੇ? ਵੇਖੋ ਜੀ, ਟਕੈਤ ਸਾਹਿਬ ਦਾ ਫੰਡਾ ਬੜਾ ਕਲੀਅਰ ਆ, ਬੇਸਿਕਲੀ ਅੰਦਰੋਂ ਖੁਸ਼ ਨਹੀਂ ਹੈਗੇ। ਅੱਛਾ ਜੀ। ਸੰਯੁਕਤ ਕਿਸਾਨ ਮੋਰਚੇ ਤੋਂ ਅੰਦਰੋਂ ਖੁਸ਼ ਦੇਸ਼ ਦੇ ਕਿਸਾਨ ਨਹੀਂ ਹੈਗੇ। ਉਹ ਕਹਿੰਦੇ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਜੇ ਵੀ 3 ਬਿੱਲ ਰੱਦ ਕਰਨ, ਲੇਕਿਨ ਜਿਹੜੀ MSP ਦੀ ਡਿਮਾਂਡ ਸੀ ਉਹ ਤੁਸੀਂ ਕਿਉਂ ਛੱਡੀ? ਉਤੋਂ ਛੱਡ ਕੇ ਤੁਸੀਂ ਕਿਉਂ ਭੱਜੇ? ਉਹੀ ਟਕੈਤ ਸਾਹਿਬ ਨੇ ਪਹਿਲਾਂ ਵੀ ਐਲਾਨ ਕੀਤਾ, ਬਹਾਦਰ ਨਗਰ ਜਿਹਨਾਂ ਦੀ ਮੀਟਿੰਗ ਹੋਈ ਆ ਕਿ ਹੋਣੀ ਆ, ਤੇ ਬਕਾਇਦਾ ਤੌਰ ਤੇ ਟਿਕਰੀ ਬਾਰਡਰ ਤੇ ਇਸ ਵੇਲੇ ਪੋਸਟ ਪਾਸ ਲਾਤੀ ਨਾ ਪੂਰੀ। ਅੱਛਾ ਜੀ। ਵੀ ਕਿਤੇ ਫਿਰ ਆ ਕੇ ਕਿਸਾਨ ਇੱਥੇ ਨਾ ਬੈਠ ਜਾਣ, ਕਿਉਂਕਿ ਇਹਨਾਂ ਨੇ ਕਹਿ ਦਿੱਤਾ ਕਿ 26 ਜਨਵਰੀ ਨੂੰ ਅਸੀਂ ਦਿੱਲੀ ਦੇ ਵਿੱਚ ਜਿਹੜਾ ਆਪਣਾ ਟਰੈਕਟਰ ਮਾਰਚ ਕਰਾਂਗੇ ਜੀ। ਤੇ ਸਰਕਾਰ ਦੀ ਭਾਦੀ ਤੇ ਫਿਰ ਬਣਨੀ ਇਹਨਾਂ ਦੀ। ਉਹਨਾਂ ਨੇ ਇਹ ਵੀ ਗੱਲ ਕਹੀ ਵੀ MSP ਬਾਰੇ ਜਿਹੜੀ ਕਮੇਟੀ ਬਣਾਉਣ ਦੀ ਗੱਲ ਕੀਤੀ, ਇਹਦੀ ਕੰਪਲੀਟਲੀ ਪੂਰੀ ਫਾਰਮ ਨਹੀਂ ਕੀਤੀ ਗਈ। ਪਾਣੀ ਠੰਡੇ ਚ ਪਾਤਾ ਵਾ। 10 ਦਿਨ ਮਹੀਨਾ ਬੈਠੇ ਹੋ ਰਹੇ ਨੇ, ਕਮੇਟੀ ਵੀ ਫਾਰਮ ਹੋ ਜਾਣੀ ਤੇ ਉਹਨੂੰ ਅੱਧਾ ਬਜਟ ਦਾ ਕੰਮ ਵੀ ਹੋ ਜਾਣਾ ਸੀ। ਹੋ ਜਾਂਦਾ ਜੀ, ਹੋ ਜਾਂਦਾ। ਹੁਣ ਉਹ ਕਮੇਟੀ ਫਾਰਮ ਨਹੀਂ ਕੀਤੀ ਗਈ। ਦੂਜੀ ਗੱਲ ਉਹ ਕਹਿੰਦੇ ਆ ਕਿ ਜਿਹੜੇ ਵੀ ਕਿਸਾਨ ਆਗੂ ਨੇ ਇਲੈਕਸ਼ਨ ਲੜੀ, ਜੇ ਕਿਤੇ ਉਹ ਜਿਹੜੀ ਕਮੇਟੀ MSP ਦੀ ਬਣੀ ਉਹ ਸ਼ਾਮਲ ਹੈ ਤੇ ਉਹਦਾ ਨਾਂ ਕੱਟ ਦਿੱਤਾ ਜਾਊਗਾ ਜੀ। ਹੁਣ ਉਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਜੇ ਲੋੜ ਪਈ ਤੇ ਮੋਰਚਾ ਦੁਬਾਰਾ ਵੀ ਸ਼ੁਰੂ ਹੋ ਸਕਦਾ ਹੈ, ਤੇ ਸਰਕਾਰ ਇਹ ਨਾ ਸਮਝੇ ਕਿ ਅਸੀਂ ਘਰਾਂ ਨੂੰ ਕਰੇ। ਬਿਲਕੁਲ, ਕਿਉਂਕਿ ਦੇਖੋ ਹੁਣ ਯੂਪੀ ਦੇ, ਚਲੋ ਪੰਜਾਬ ਵਾਲੇ ਵੀ ਪਹੁੰਚਣਗੇ, ਯੂਪੀ ਵਾਲੇ ਵੱਧ ਪਹੁੰਚਣਗੇ। ਤੁਹਾਨੂੰ ਪਤਾ ਪਿਛਲੀ ਵਾਰੀ ਟਕੈਤ ਨੇ ਕਿੰਨਾ ਕੱਟ ਕਰ ਲਿਆ ਸੀ। ਬਿਲਕੁਲ ਪਹੁੰਚਣਗੇ ਜੀ। ਇਸ ਕਰਕੇ ਟਕੈਤ ਸਾਹਿਬ ਦੀਆਂ ਗੱਲਾਂ ਬੜੀਆਂ ਖਰੀਆਂ ਨੇ, ਥੋੜੀ ਜਿਹੀ ਕਾਹਲੀ ਕਰਕੇ ਵਾਕਿਆ ਹੋਰ 10 ਮਹੀਨਾ ਬਿਥੇਰੀ ਨੇ ਤੇ ਕੁਛ ਨਾ ਕੁਛ MSP ਦਾ ਬਣ ਜਾਣਾ ਸੀ, ਕਿਉਂਕਿ ਸਰਕਾਰ ਤੇ ਚਾਲੂ ਹੋਈ ਪਈ ਸੀ ਪੂਰੀ। ਹਾਂ। ਲੇਕਿਨ ਉਹ ਸਾਡੇ ਉਦੋਂ ਰਾਜੇਵਾਲ ਸਮੂਰੀ ਦੇ ਕੁਝ ਬੰਦੇ ਹੋਰ ਕਾਹਲੇ ਪੈ ਗਏ ਨੇ, ਚੱਲੀਏ ਹੁਣ ਬੜੀ ਦੇਰ ਹੋ ਗਈ ਜੇ, ਮੁੜ ਕੇ ਕਹਿੰਦੇ ਜੇ ਅਸੀਂ ਵੇਖੋ ਜਿਵੇਂ ਫੌਜੀ ਸਾਲ ਬਾਅਦ ਛੁੱਟੀ ਦਾ 2 ਮਹੀਨੇ, ਉਹ ਤਾਂ ਬਾਅਦ ਦੀਆਂ ਗੱਲਾਂ ਨੇ ਜੀ। ਛਾਉਣੀ ਤਾਂ ਮੁੜ ਕੇ ਰਲਦੀ ਨਹੀਂ, ਉਹ ਗੱਲ ਹੀ ਨਹੀਂ ਬਣਦੀ। ਜੀ। ਹਾਂ, ਤੁਸੀਂ ਭਾਵੇਂ ਲੱਖ ਸੁਹਾਗਾ ਆਪਣਾ ਖੇਤੀ ਵਾਲੇ ਬੰਦੇ ਆਪਣੇ ਨਾਲ ਜੁੜੇ, ਇੱਕ ਪਾਸੇ ਕੁੰਡਾ ਟੁੱਟ ਜੇ ਤਾਂ ਸੰਗਲ ਦਾ ਮੇਲ ਉਹ ਨਹੀਂ ਖਾਂਦਾ, ਉਹ ਆਂਡਾ ਚੱਲਣ ਲੱਗ ਪੈਂਦਾ ਜਿੰਨਾ ਮਰਜ਼ੀ ਜ਼ੋਰ ਲਾ ਲਓ। ਤੇ ਤਾਂ ਬਿਲਕੁਲ ਜੀ, ਬਿਲਕੁਲ ਮੁੱਕ ਜਿੰਨੇ ਵਿੱਚ ਸਿੰਗਲ ਪਾ ਲਓ ਕੁੰਡਾ ਟੁੱਟ ਜੇ ਗੱਲ ਨਹੀਂ ਬਣਦੀ। ਹਾਂ। ਹਾਂਜੀ, ਇਹ ਚੀਜ਼ਾਂ ਨੇ। ਹੁਣ ਬਾਕੀ ਤਾਂ ਕਹਿਣ ਦੀਆਂ ਗੱਲਾਂ। ਤੇ ਹੁਣ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਦਿੱਲੀ ਕਮੇਟੀ ਵੱਲੋਂ ਦਿੱਤੀ ਗਈ ਮਾਨਤਾ, ਇਹ ਕੀ ਚੀਜ਼ ਹੈ ਜੀ? ਇਹ ਚੀਜ਼ ਹੈ ਜੀ, ਇਹ 1971 ਦੇ ਵਿੱਚ ਐਕਟ ਬਣਿਆ ਜੀ। ਮੇਰੇ ਖਿਆਲ ਤੱਕ ਅਸੀਂ ਦਮਦਮਾ ਸਾਹਿਬ ਨੂੰ 1978 ਕੇ ਉਸ ਤੋਂ ਬਾਅਦ ਜਿਹੜੀ ਮਾਨਤਾ ਮਿਲੀ ਜੀ, ਉਹ ਮਾਨਤਾ ਮਿਲਣ ਕਰਕੇ ਜਿਹੜਾ ਸੀ ਉਹ 1971 ਦਾ ਜਦੋਂ ਐਕਟ ਬਣਿਆ ਉਦੋਂ ਸ਼ਾਮਲ ਨਹੀਂ ਕੀਤਾ ਗਿਆ ਜੀ। ਦਿੱਲੀ ਕਮੇਟੀ ਦੇ 46 ਮੈਂਬਰ ਬਕਾਇਦਾ ਤੌਰ ਤੇ ਚੋਣ ਹੁੰਦੀ ਆ, 5 ਮੈਂਬਰ ਜਿਹੜੇ ਆ 2 ਕਹਿੰਦੇ ਆ ਨੋਮੀਨੇਟ ਕੀਤੇ ਜਾਂਦੇ ਆ, ਏਦਾਂ ਕਰੀਬ ਟੋਟਲ 50 ਮੈਂਬਰ ਹੁੰਦੇ ਆ। ਇੱਕ SGPC ਭੇਜਦੀ ਆ, 2 ਨੋਮੀਨੇਟ ਕਰਦੇ ਆ, 2 ਬਕਾਇਦਾ ਤੌਰ ਤੇ ਇਹਨਾਂ ਦੇ ਆਉਂਦੇ ਆ, ਲਾਟਰੀ ਦੇ ਆਉਂਦੇ ਆ ਜੀ। ਤੇ 51 ਦੇ ਨਾਲ 4 ਤਖਤਾਂ ਦੇ ਜਥੇਦਾਰ ਉਹ ਵੀ ਮੈਂਬਰ ਹੁੰਦੇ ਨੇ। ਟੋਟਲ 55 ਨਫਰੀ ਹੁੰਦੀ ਹੈ ਜੀ। ਲੇਕਿਨ ਤਖਤਾਂ ਦੇ ਜਥੇਦਾਰ ਮੈਂਬਰ ਹੁੰਦੇ ਨੇ, ਉਹਨਾਂ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ। ਤੇ 5ਵੇਂ ਤਖਤ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। SGPC ਨੇ ਸ਼ਾਮਲ ਕਰਵਾ ਲਿਆ ਸੀਗਾ ਆਪਣਾ ਉਦੋਂ, ਉਹਨਾਂ ਸ਼ਾਮਲ ਨਹੀਂ ਸੀ ਕਰਾਇਆ। ਤੇ ਮਨਜੀਤ ਸਿੰਘ ਜੀਕੇ ਜੋ ਪ੍ਰਧਾਨ ਬਣੇ ਆ, ਉਹਨਾਂ ਨੇ ਉਦੋਂ ਪ੍ਰਕਿਰਿਆ ਸ਼ੁਰੂ ਕੀਤੀ, ਬਕਾਇਦਾ ਤੌਰ ਤੇ ਕੇਂਦਰ ਨੂੰ ਲਿਖਿਆ ਤੇ ਕੇਂਦਰ ਨੇ ਹੁਣ ਐਕਟ ਦੇ ਵਿੱਚ ਉਹਨੂੰ ਸ਼ਾਮਲ ਕਰ ਦਿੱਤਾ ਕਿ 5ਵਾਂ ਤਖਤ ਜਿਹੜਾ ਉਹ ਦਮਦਮਾ ਸਾਹਿਬ ਹੀ ਹੈਗਾ। ਹੁਣ ਦਿੱਲੀ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਜਿਹੜੀ 55 ਦੀ ਬਜਾਏ 56 ਹੋ ਜਾਏਗੀ ਜੀ। ਜਿਹੜੇ 4 ਤਖਤ ਉਹ ਤੇ 5ਵਾਂ ਇਹ, ਜੋ 5ਵੇਂ ਤਖਤ ਨੂੰ ਮਾਨਤਾ ਮਿਲ ਗਈ ਦਿੱਲੀ ਕਮੇਟੀ ਵੱਲੋਂ। ਅੱਗੇ ਤੋਂ ਉਹਦਾ ਮਾਨਤਾ ਸੀ ਨਾ, ਦਿੱਲੀ ਕਮੇਟੀ ਵੱਲੋਂ 5ਵੇਂ ਤਖਤ ਨੂੰ ਲਿਖਤੀ ਪੱਟੀ ਮਾਨਤਾ ਉਹਦੇ ਐਕਟ ਦੇ ਮੁਤਾਬਕ ਮਿਲ ਗਈ ਹੈ ਕਿ ਇਹ ਤਖਤ ਹੈਗਾ ਜੀ। ਇਸ ਕਰਕੇ ਇਹ ਕਾਫੀ ਚਰਚਾ ਦਾ ਵਿਸ਼ਾ ਸੀ। ਬਾਕੀ ਠੀਕ ਹੈ ਜੀ, ਕੁਛ ਕੰਮ ਕੀਤਾ ਵਾ, ਚਲੋ ਇਹ ਕੰਮ ਤੇ ਚੰਗਾ ਕੀਤਾ ਨਾ ਜੀਕੇ ਰਜੋ ਦੇ ਪ੍ਰਧਾਨ ਬਣੇ ਸੀ, ਬਾਕੀ ਦੀ ਗੱਲਾਂ ਛੱਡੋ ਤੁਸੀਂ। ਤੇ ਤਰਨਤਾਰਨ ਦੇ ਪਿੰਡਾਂ ਦੇ ਲੋਕਾਂ ਨੇ ਫੈਸਲਾ ਕਰ ਲਿਆ ਜੀ, ਕਿਸੇ ਵੀ ਰਵਾਇਤੀ ਲੀਡਰ ਨੂੰ ਵੋਟ ਨਹੀਂ ਪਾਵਾਂਗੇ। ਹੋਰ ਰਵਾਇਤੀ ਤੋਂ ਬਿਨਾਂ ਖੜਾ ਕਿਹੜਾ ਹੋਊਗਾ ਜੀ ਉੱਥੇ? ਸਵਾਲ ਤਾਂ ਇਹੀ ਪੈਦਾ ਹੁੰਦਾ ਜੀ। ਲਾਲੂ ਖੁਮਨ ਪਿੰਡ ਆ ਜੀ, ਉੱਥੇ ਕਹਿੰਦੇ ਆ ਜੀ 35 ਪਿੰਡਾਂ ਦੇ ਲੋਕ ਇਕੱਠੇ ਹੋਏ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੇ ਰਵਾਇਤੀ ਲੁਟੇਰੇ ਰੀਟਰ ਨੇ ਕਿਸੇ ਵੀ ਪਾਰਟੀ ਦੇ, ਇਹਨਾਂ ਨੂੰ ਲੁੱਟਿਆ ਵਾ, ਕੁੱਟਿਆ ਵਾ, ਸਾਡਾ ਸਵਾਰਿਆ ਕੁਛ ਨਹੀਂ, ਇਹਨਾਂ ਨੂੰ ਅਸੀਂ ਵੋਟ ਨਹੀਂ ਪਾਵਾਂਗੇ। ਤੇ ਮੈਂ ਕਿਹਾ ਪਾਓਗੇ ਫਿਰ ਕਿਹਨੂੰ ਜੀ?
ਜਾਂ ਤੇ ਆਪਣੇ ਵਿੱਚੋਂ ਕੋਈ ਉਮੀਦਵਾਰ ਲੈ ਕੇ ਆਓ। 35 ਪਿੰਡ ਜੇ ਜੱਕ ਮੁਕਤ ਹੋ ਕੇ ਵੋਟ ਪਾ ਜਾਣ ਤਾਂ ਉਮੀਦਵਾਰ ਜਿੱਤਿਆ ਵਾ। ਉਹ ਤਾਂ ਕਦੇ ਵੀ ਨਹੀਂ ਹਾਰਦਾ। ਨਹੀਂ ਜੀ, ਉਸ ਉਮੀਦਵਾਰ ਨੂੰ ਪਾਵਾਂਗੇ ਜਿਹੜਾ ਬੰਦਾ ਵਾਕਿਆ ਯੋਗ ਤੇ ਇਮਾਨਦਾਰ ਹੋਊ। ਭਾਈ ਇਹੋ ਜਿਹਾ ਬੰਦਾ ਲੱਭਣਾ ਅੱਜ ਦੇ ਜ਼ਮਾਨੇ 'ਚ ਬੈਟਰੀ ਮਾਰ ਕੇ ਲੱਭਿਆ ਜਾਵੇ ਤੇ ਮੁਸ਼ਕਿਲ ਆ। ਤੁਹਾਡੇ 'ਚ ਕੋਈ ਹੈਗਾ ਤਾਂ ਲੈ ਆਓ ਬੇਸ਼ੱਕ ਤੁਸੀਂ। ਜੇ ਤੁਹਾਡੇ 'ਚ ਨਹੀਂ ਹੈਗਾ ਤੇ ਫਿਰ ਤੁਹਾਨੂੰ ਉਹਨਾਂ ਨੂੰ ਵੋਟਾਂ ਪਾਉਣੀਆਂ ਪੈਣੀਆਂ। 35 ਦੇ ਪਿੰਡਾਂ 'ਚ ਤੁਸੀਂ ਪੰਚਾਇਤਾਂ ਇਕੱਠੀਆਂ ਹੋ ਗਏ, ਨੰਬਰਦਾਰ ਇਕੱਠੇ ਹੋ ਗਏ, ਸਾਰੇ ਤੁਹਾਡੇ ਆਖੇ ਸਾਰੇ ਲੱਗਣਾ ਨਹੀਂ। ਫਿਰ ਵੀ ਮੈਂ ਇਹਨਾਂ ਵਧਾਈ ਦੇ ਪਾਤਰ ਜਿਨ੍ਹਾਂ ਨੇ ਰਵਾਇਤੀ ਪਾਰਟੀਆਂ ਦਾ ਜਿਹੜਾ ਬਕਾਇਦਾ ਤੌਰ ਤੇ ਜਿਹੜਾ ਵਿਰੋਧ ਕੀਤਾ ਕਿ ਅਸੀਂ ਇਹਨਾਂ ਨੂੰ ਵੋਟ ਨਹੀਂ ਪਾਵਾਂਗੇ। ਜੇ ਇਸ ਤਰੀਕੇ ਨਾਲ ਸਾਰੇ ਪੰਜਾਬ 'ਚ ਸ਼ੁਰੂ ਕੰਮ ਹੋ ਜਾਵੇ ਤੇ ਰਵਾਇਤੀ ਪਾਰਟੀਆਂ ਵੈਸੇ ਹੀ ਜਿਹੜੀਆਂ ਹਾਥੀ ਤੇ ਚੱਲ ਜਾਣਗੀਆਂ। ਪਰ ਤੁਹਾਨੂੰ ਪਤਾ ਰਵਾਇਤੀਆਂ ਕੋਲੇ ਤਾਮ ਦੰਡ ਭੇਦ ਬਹੁਤ ਕੁਛ ਹੁੰਦਾ ਨੇ ਜੀ। ਬਿਲਕੁਲ ਬਿਲਕੁਲ ਬਿਲਕੁਲ। ਜੇਕਰ ਉਹ ਆਪਣਾ ਜੋ ਮਰਜ਼ੀ ਕਹੀ ਚੱਲੋ, ਉਹਨਾਂ ਨੇ ਜਿਹੜਾ ਮੋਰਚਾ ਚੱਕਤਾ ਤੇ ਹੁਣ ਟਕੈਤ ਸਾਹਿਬ ਜਿਵੇਂ ਤੁਸੀਂ ਕਹਿੰਦੇ ਕਰੀ ਜਾਂਦੇ ਭਾਈ ਸਾਥ ਤੋੜਤਾ। ਉਹ ਤਾਂ ਆਪਾਂ ਪਹਿਲਾਂ ਹੀ ਗੱਲ ਕਰੀ ਜਾਂਦੇ ਸੀ ਇਸ ਚੀਜ਼ ਨੂੰ ਵੀ MSP ਸਾਰੇ ਦੇਸ਼ ਦਾ ਮਸਲਾ ਹੈ, ਪੰਜਾਬ ਨੂੰ ਨਹੀਂ ਉਹਦੇ ਨਾਲ ਬੜਾ ਅਸਰ ਪੈ ਰਿਹਾ। ਤੇ ਉਧਰ ਪੰਜਾਬ 'ਚ ਲਾਗੂ ਆ ਜੀ। ਪੰਜਾਬ 'ਚ ਲਾਗੂ ਆ ਨਾ ਜੀ। ਤੇ ਤਖਤ ਸਾਹਿਬ ਦੇ ਜਿਹੜੇ ਆ ਆਪਣੇ ਗ੍ਰਹਿ ਮੰਤਰੀ ਨੇ ਚਿੱਠੀ ਲਿਖੀ ਹੈ ਤੇ ਜਿਹੜੇ ਕਮੇਟੀ ਦੇ ਪ੍ਰਧਾਨ ਆ ਕਹਿੰਦੇ ਵੀ ਸੁਖਜਿੰਦਰ ਰੰਧਾਵੇ ਨੂੰ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ। ਦੇਖੋ, ਜਿਹੜੀ ਸੁਖਜਿੰਦਰ ਰੰਧਾਵੇ ਨੇ ਚਿੱਠੀ ਲਿਖੀ ਹੈ ਜੀ, ਉਹ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਨੇ ਜੀ। ਉਹਨਾਂ ਕਿਹਾ, ਜਥੇਦਾਰ ਨੂੰ ਕਿਹਾ ਵੀ ਜਿਸ ਤਰੀਕੇ ਨਾਲ ਤੁਸੀਂ ਇੱਕ ਪਾਰਟੀ ਨੂੰ, ਇੱਕ ਪਰਿਵਾਰ ਦੀ ਪਾਰਟੀ ਨੂੰ ਜਿਹੜਾ ਵਾ ਉਹ ਮਾਨਤਾ ਦੇ ਰਹੇ ਹੋ ਜੀ, ਇਹ ਪੰਥ ਇਹ ਗਲਤ ਹੈ। ਕੱਲਾ ਪੰਥ ਉਹ ਨਹੀਂ, ਪੰਥ ਸਮੁੱਚਾ ਪੰਥ ਆ। ਤੁਸੀਂ ਜਥੇਦਾਰ ਇੱਕ ਪਰਿਵਾਰ ਦੇ, ਤੁਸੀਂ ਸਮੁੱਚੇ ਪੰਥ ਦੇ ਜਥੇਦਾਰ ਜੀ। ਤੇ ਤੁਸੀਂ ਸਟੇਜ ਤੇ ਜਿਹੜੀ ਗੱਲ ਕਹੀ ਆ ਵੀ ਮੈਂ ਇਹਨਾਂ ਬਾਦਲ ਦਾ ਜਿਹੜੀਆਂ ਸੀ ਉਹ ਬਾਦਲ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਮਤਲਬ ਤੁਸੀਂ ਜਥੇਦਾਰ ਫਿਰ ਜਿਹੜੇ ਉਹ ਬਾਦਲ ਦਲ ਦੇ ਰਹਿ ਗਏ, ਤੁਸੀਂ ਪੰਥ ਜਥੇਦਾਰ ਨਹੀਂ ਰਹੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ 1996 ਦੇ ਵਿੱਚ ਜਿਹੜੀ ਇਹ ਪਾਰਟੀ ਸੀ ਬਕਾਇਆ ਤੌਰ ਤੇ ਬਾਦਲ ਸਾਹਿਬ ਨੇ ਮੋਗਾ ਰੈਲੀ ਦੇ ਵਿੱਚ ਜਿਹੜਾ ਸੀ ਪੰਜਾਬੀ ਪਾਰਟੀ ਬਣਾਤਾ ਸੀ, ਇਹ ਪੰਥਕ ਪਾਰਟੀ ਨਹੀਂ ਰਹੀ ਜੀ। ਇਸ ਚੀਜ਼ ਨੂੰ ਲੈ ਕੇ ਪਹਿਲਾਂ ਦਿੱਲੀ ਦੇ ਵਿੱਚ ਤੇ ਅੱਜ ਕੱਲ੍ਹ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਬਕਾਇਦਾ ਤੌਰ ਤੇ ਕੇਸ ਚੱਲਦਾ। ਜਿਹੜੇ ਦੋ ਸੰਵਿਧਾਨ ਬਣਾਏ, ਇੱਕ ਨਾ ਧਾਰਮਿਕ ਸੰਵਿਧਾਨ ਪੰਥਕ ਬਣਾਇਆ ਤੇ ਇੱਕ ਸੈਕੂਲਰ ਸੰਵਿਧਾਨ ਬਣਾਇਆ ਜੀ, ਜਿਹਦੇ ਵਿੱਚ ਬਾਦਲ ਸਾਹਿਬ ਅਜੇ ਤੱਕ ਦੋ ਤਰੀਕਾ ਹੋ ਗਿਆ ਪੇਸ਼ ਨੂੰ। ਇਹਨਾਂ ਨੂੰ ਕਹੋ ਜਾ ਕੇ ਪੇਸ਼ ਹੋਣ ਤੇ ਆਪਣਾ ਸਪਸ਼ਟੀਕਰਨ ਦੇਣ। ਉਹਨਾਂ ਇਹ ਵੀ ਗੱਲ ਕਹੀ, ਤੁਸੀਂ ਮਸੰਦਾਂ ਦੀ ਗੱਲ ਕੀਤੀ ਹੈ, ਕਿਹੜੇ ਮਸੰਦਾਂ ਦੀ ਗੱਲ ਕਰਦੇ ਜੀ? ਉਹਨਾਂ ਮਸੰਦਾਂ ਦੀ ਪਛਾਣ ਵੀ ਕਰਾ ਦਿਓ। ਮਸੰਦ ਤੇ ਉਹ ਵੀ ਹੈਗੇ ਆ ਜਿਨ੍ਹਾਂ ਜਾ ਕੇ ਇੰਸਾ ਦਾ ਜਿਹੜਾ ਉਹ ਪਾਣੀ ਪੀਤਾ ਸੀਗਾ। ਮਸੰਦ ਤੇ ਉਹ ਵੀ ਹੈਗੇ ਜਿਹੜਾ ਉਹ ਕੇਸ ਦਾ ਵੀ ਕੀਤਾ ਸੀ, ਵਾਪਸ ਲਿਆ ਸੀਗਾ। ਮਸੰਦ ਤੇ ਉਹ ਵੀ ਹੈਗੇ ਜਿਨ੍ਹਾਂ ਸੌਦਾ ਸਾਹਿਬ ਨੂੰ ਮਾਫੀ ਦਵਾਈ ਸੀ, ਮਾਫੀ ਦਵਾ ਕੇ ਮੁੜ ਕੇ 92 ਲੱਖ ਦੇ ਇਸ਼ਤਾ ਦਿੱਤੇ ਸੀਗੇ। ਤੁਸੀਂ ਕਿਹੜੇ ਮਸੰਦਾਂ ਦੀ ਗੱਲ ਕਰਦੇ ਹੋ? ਇੰਨੀਆਂ ਨਲਾਇਕੀਆਂ ਕਰਨ ਦੇ ਬਾਵਜੂਦ ਜੇ ਉਹ ਤੁਸੀਂ ਕਹਿੰਦੇ ਜੀ ਇਹ ਪੰਥ ਹੈ, ਤੇ ਫਿਰ ਜਥੇਦਾਰ ਜੀ ਕੋਈ ਸੁਖਾਵਾਂ ਮੁੱਲ ਤੁਸੀਂ ਪੈਦਾ ਨਹੀਂ ਕਰਦੇ ਜੀ। ਅਸੀਂ ਤੁਹਾਨੂੰ ਕਿ ਬੇਨਤੀ ਕਰਦੇ ਬਕਾਇਦਾ ਤੌਰ ਤੇ ਜਿਹੜੇ ਇੰਨੀਆਂ ਗਲਤੀਆਂ ਕੀਤੀਆਂ, ਇੰਨਾ ਕੁਛ ਕੀਤਾ, ਬਕਾਇਦਾ ਤੌਰ ਤੇ ਬਰਗਾੜੀ ਵਿੱਚ ਬੇਅਦਬੀ ਹੋਈ, ਉਹਦੇ ਤੇ ਮੈਂ ਕੱਖ ਨਹੀਂ ਕੀਤਾ। ਕਾਂਗਰਸ ਸਰਕਾਰ ਬਣੀ ਤੇ ਕਾਂਗਰਸ ਸਰਕਾਰ ਨੇ ਸਿੱਟ ਬਣਾ ਕੇ ਕੋਈ ਕਾਰਵਾਈ ਕੀਤੀ, ਕੁਛ ਬੰਦੇ ਫੜੇ ਵੀ, ਕੁਛ ਅੰਦਰ ਵੀ ਦਿੱਤੇ, ਤੇ ਹੁਣ ਅਜੇ ਵੀ ਕਾਰਵਾਈ ਜਾਰੀ ਹੈ। ਇਸ ਕਰਕੇ ਅਸਲੀ ਮਸੰਦ ਇਹ ਨੇ ਜੀ, ਇਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਪੰਥ ਦੇ ਵਿੱਚੋਂ ਖਾਰਜ ਕੀਤਾ ਜਾਵੇ। ਰੰਧਾਵਾ ਸਾਹਿਬ, ਤੁਹਾਡੀ ਚਿੱਠੀ ਸਿਰ ਮੱਥੇ, ਕਿਹਨੇ ਖਾਰਜ ਕਰਨਾ ਤੇ ਕਿਹਨੇ ਨਹੀਂ ਕਰਨਾ? ਜਦੋਂ ਅਗਲਾ ਜਥੇਦਾਰੀ ਉਹਨਾਂ ਦਾ ਉਹ ਗੱਲ ਹੀ ਕਹਿੰਦਾ ਬਾਦਲ ਦਲ ਦੇ ਜਿਹੜੇ ਹੱਥ ਮਜ਼ਬੂਤ ਕਰੋ ਜੀ, ਇਹਦੀਆਂ ਜੜ੍ਹਾਂ ਮਜ਼ਬੂਤ ਕਰੋ, ਇਹ ਪੰਥ ਆ, ਤੇ ਬਾਕੀ ਲੋਕ ਵੀ ਕਿੱਥੇ ਚਲੇ ਗਏ ਜੀ? ਇਹਦਾ ਮਤਲਬ ਜਿਹੜੀਆਂ 2 ਤਰੀਕ ਨੂੰ ਧਾਰਮਿਕ ਜਥੇਬੰਦੀਆਂ ਉੱਥੇ ਸ਼ਮੂਲੀਅਤ ਤੁਹਾਡੇ ਘਰ ਤੇ ਨਹੀਂ ਕੀਤੀਆਂ, ਉਹ ਵੀ ਪੰਥ ਨਹੀਂ। ਜੇ ਉਹ ਪੰਥ ਨਹੀਂ, ਜੇ ਇਹ ਪੰਥ ਹੈ ਤੇ ਫਿਰ ਤੁਸੀਂ ਵੇਖ ਲਓ ਸਿੱਖ ਕੌਮ ਦਾ ਤੇ ਫਿਰ ਪਹਾੜਾ ਪੜਿਆ ਗਿਆ, ਫਿਰ ਲੋੜ ਹੀ ਤੇ ਕੁਝ ਕਹਿਣ ਦੀ ਕਿਸੇ। ਹੁਣ ਅੱਗੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੋਲਦੇ ਨੇ ਜੀ, ਉਹਨਾਂ ਦੇ ਸਿਪਾਹ ਸਲਾਰ ਬਣ ਕੇ ਬੋਲ ਰਹੇ ਨੇ ਜੀ। ਵੇਖੋ, ਗ੍ਰਹਿ ਮੰਤਰੀ ਨੂੰ ਕੋਈ ਅਧਿਕਾਰ ਨਹੀਂ ਵੀ ਇਹੋ ਜਿਹਾ ਕੋਈ ਨਾ ਕੋਈ ਬਿਆਨ ਦੇਵੇ, ਉਹ ਆਪਣਾ ਕੰਮ ਕਰੇ। ਗ੍ਰਹਿ ਮੰਤਰੀ ਬਕਾਇਦਾ ਤੌਰ ਤੇ ਜੇ ਉਹਨੇ ਬਿਆਨ ਦਿੱਤਾ, ਚਿੱਠੀ ਲਿਖੀ, ਚਿੱਠੀ ਲਿਖਣ ਦਾ ਉਹਨੂੰ ਅਧਿਕਾਰ ਹੀ ਨਹੀਂ ਹੈਗਾ ਕੋਈ, ਕਿਉਂ ਚਿੱਠੀ ਲਿਖੇ ਜਥੇਦਾਰ ਨੂੰ? ਬਿਲਕੁਲ ਠੀਕ ਹੈ, ਉਹਨੇ ਵੀ ਜਥੇਦਾਰ ਸਾਡਾ ਤੂੰ ਚਿੱਠੀ ਲਿਖ ਕੌਣ ਹੁੰਦਾ ਜੀ?
ਹੁਣ ਉਹ ਕਹਿੰਦਾ ਵੀ ਜਿਹੜੀ ਪਾਰਟੀ ਨੂੰ ਇਹ ਬਿਲੋਂਗ ਕਰਦਾ ਇਹਨੇ ਸਾਕਾ ਨੀਲਾ ਤਾਰਾ ਕਰਕੇ ਅਕਾਲ ਤਖਤ ਢਾਇਆ ਜੀ, ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਕੀਤਾ, 1984 ਸਿੱਖਾਂ ਦਾ ਕਤਲੇਆਮ ਕੀਤਾ ਜੀ। ਇਹਨਾਂ ਨੂੰ ਇਹ ਪ੍ਰਧਾਨ ਪਹਿਲਾਂ ਕਹਿੰਦਾ ਸੀਗਾ ਜੀ ਉਹ ਦਿੱਲੀ ਦੰਗੇ ਨੇ ਜੀ, ਸ਼੍ਰੋਮਣੀ ਕਮੇਟੀ ਨੂੰ ਕਹਿੰਦਾ ਸੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ। ਤੇ ਮੈਂ ਕਿਹਾ ਭਰਾ ਜੀ ਮੈਨੂੰ ਦੱਸ ਦਿਓ ਵੀ ਵੱਡੀ ਪਾਰਲੀਮੈਂਟ ਕਿੱਥੇ ਆਪਣੀ, ਕਿਹੜੀ ਆ? ਹਾਂ, ਉਹ ਵੀ ਦੱਸ ਦਿਓ। ਹਮੇਸ਼ਾ ਫਿਰ ਕਹਿੰਦਾ ਆਪਾਂ ਜੀ ਸ਼ਬਦ ਯੂਜ਼ ਕਰਦੇ ਖਾਧਾ। ਸਿੱਖਾਂ ਦੀ ਪਾਰਲੀਮੈਂਟ। ਲੰਗਰ ਖਾਦਾ, ਲੰਗਰ ਛਕਿਆ ਹੁੰਦਾ ਸਾਡੇ ਜਿਹੜੇ ਬੋਲੇ ਨੇ। ਉਹ ਕਹਿੰਦਾ ਜੀ ਇਹਨਾਂ ਦੇ ਸਾਕਾ ਨੀਲਾ ਪਿਆਰਾ ਕੀਤਾ, ਦਿੱਲੀ 'ਚ ਸਿੱਖਾਂ ਦਾ ਕਤਲੇਆਮ ਕੀਤਾ, ਉਸ ਪਾਰਟੀ ਦਾ ਨੁਮਾਇੰਦਾ ਹੈ। ਇਹਨੂੰ ਕੋਈ ਅਧਿਕਾਰ ਨਹੀਂ ਬੋਲਣ ਦਾ। ਪਹਿਲਾਂ ਸਾਨੂੰ ਪਿਛਲਾ ਹਿਸਾਬ ਦੇਵੇ ਵੀ ਉਹਦਾ ਕੀ ਕੀਤਾ ਅਜੇ ਤੱਕ ਤੁਸੀਂ, ਕੀ ਸਜ਼ਾਵਾਂ ਦਿੱਤੀਆਂ ਤੁਸੀਂ ਕਿਸੇ ਨੂੰ? ਜੀ, ਨਹੀਂ ਦਿੱਤੀਆਂ। ਤੇ ਤੁਹਾਨੂੰ ਨਾ ਜਿਸ ਦਾ ਨੂੰ ਪੱਤਰ ਲਿਖਣ ਦਾ ਅਧਿਕਾਰ ਤੇ ਨਾ ਕੋਈ ਤੁਹਾਨੂੰ ਉਹਨੂੰ ਬਿਆਨ ਦੇਣ ਦਾ ਅਧਿਕਾਰ ਹੈ। ਇਸ ਕਰਕੇ ਤੁਸੀਂ ਆਪਣਾ ਕੰਮ ਕਰੋ, ਤੁਹਾਨੂੰ ਆਪਣਾ ਕੰਮ ਕਰਦੇ ਹੋ। ਵਾਕਈ ਪੰਥ ਬਾਦਲ ਦਾ ਹੈ, ਬਾਕੀ ਕੋਈ ਪੰਥ ਨਹੀਂ ਹੈ। ਹੁਣ ਤਾਂ ਤੁਸੀਂ ਆਪੇ ਫੈਸਲਾ ਕਰਨਗੇ ਸੰਗਤਾਂ ਜੀ ਕੌਣ ਪੰਥ ਹੈ ਕੌਣ ਪੰਥ ਨਹੀਂ ਹੈ। ਬਿਲਕੁਲ ਸਿਆਣੀ ਗੱਲ ਹੈ। ਇਹ ਤਾਂ ਸੰਗਤਾਂ ਨੇ ਕਰਨਾ ਜੀ। ਗੁਰੂ ਮਹਾਰਾਜ ਵੀ ਕਹਿ ਗਏ ਸੰਗਤ ਵੱਡੀ ਹੈ। ਜੀ ਜੀ, ਹਾਂ। ਸੋ ਇਹ ਚੀਜ਼ਾਂ ਨੇ। ਸੋ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਜਾਂਦੇ ਜਾਂਦੇ ਕੋਈ ਹੋਰ ਖਬਰ ਸ਼ੇਅਰ ਕਰਨੀ ਹੈ ਤਾਂ ਜੀ ਦੱਸ ਦਿਓ। ਜਿੰਨੀਆਂ ਮਰਜ਼ੀ ਖਬਰ ਸ਼ੇਅਰ ਕਰ ਲਓ ਖਬਰਾਂ ਜੀ। ਫਿਰ ਤਾਂ ਠੀਕ ਹੈ ਜੀ। ਮੈਂ ਕਿਹਾ ਤੁਸੀਂ ਕਿਤੇ ਬਿਜ਼ੀ ਨਾ ਹੋਵੋ ਤੇ ਹਾਂਜੀ। ਤੇ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ। ਤੇ ਇੱਕ ਚੀਜ਼ ਦੱਸ ਦਿਓ, ਆਪਣੀ ਪਾਕਿਸਤਾਨ 'ਚ ਇਮਰਾਨ ਖਾਨ ਦੀ ਸਾਬਕਾ ਪਤਨੀ ਤੇ ਕਹਿੰਦੇ ਹਮਲਾ ਹੋ ਗਿਆ ਜੀ। ਬਿਲਕੁਲ ਜੀ, ਜਿਹੜੀ ਸਾਬਕਾ ਪਤਨੀ ਹੈ ਉਹ ਆਪਣੇ ਭਤੀਜੇ ਦੇ ਵਿਆਹ ਤੋਂ ਆ ਰਹੀ ਸੀਗੀ। ਉਹਦਾ ਨਾਮ ਹੈ ਰਹਿਮ ਖਾਨ। ਉਹ ਬੇਸਿਕਲੀ ਜਿਹੜੀ ਆ ਉਹ ਬ੍ਰਿਟਿਸ਼ ਤੇ ਪਾਕਿਸਤਾਨ ਮੂਲ ਦੀ ਪੱਤਰਕਾਰ ਆ ਰਹਿਮਾਨ ਖਾਨ ਜੀ। ਉਹ ਆਪਣੀ ਕਾਰ ਦੇ ਵਿੱਚ ਆਪਣੇ ਭਤੀਜੇ ਦੇ ਵਿਆਹ ਸਮਾਰੋਹ ਤੇ ਮੁੜਦੀ ਆ ਰਹੀ ਸੀ ਤੇ ਉਹਦੀ ਕਾਰ ਤੇ ਗੋਲੀਆਂ ਚੱਲੀਆਂ, ਜਾਨਲੇਵਾ ਹਮਲਾ ਹੋਇਆ। ਉਹਨੇ ਇਮਰਾਨ ਖਾਨ ਦੀ ਸਰਕਾਰ ਤੇ ਨਿਸ਼ਾਨੇ ਵਿੰਦੇ ਪੁੱਛਿਆ ਕਿ ਇਹੀ ਹੈ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ। ਉਹਨੂੰ ਲਾਲਚੀ ਕਾਇ ਤੇ ਠੱਗਾਂ ਦੇ ਦੇਸ਼ ਉਹਦੇ ਨਾਲ ਸਵਾਲ ਕੀਤਾ ਗਿਆ ਜੀ। ਉਹਨੇ ਕਿਹਾ ਵੀ ਇੱਥੇ ਕਾਰਵਾਈ ਕੀਤੀ ਜਾਵੇ, ਜੇ ਨਾ ਕਾਰਵਾਈ ਕੀਤੀ ਤੇ ਫਿਰ ਮੈਂ ਕਹੂੰਗੀ ਕਿ ਫਿਰ ਹਮਲਾ ਇਹਨੇ ਆਪ ਕਰਵਾਇਆ। ਮਾੜੀ ਗੱਲ ਹੈ ਜੀ। ਇੱਕ ਔਰਤ ਜਾ ਰਹੀ ਹੈ ਆਪਣੀ ਕਾਰ ਦੇ ਉੱਤੇ ਜਾ ਰਹੀ, ਉੱਤੇ ਹਮਲਾ ਤੁਸੀਂ ਕਰ ਰਹੇ ਹੋ, ਇੱਕ ਸਮਾਗਮ ਚੋਂ ਆ ਰਹੀ, ਉਹਦਾ ਕਸੂਰ ਦੱਸੋ ਕੀ ਕਸੂਰ? ਤੁਸੀਂ ਹੈ ਨਹੀਂ। ਸਿਰਫ ਉੱਥੋਂ ਦੇ ਪ੍ਰਧਾਨ ਮੰਤਰੀ ਦੀ ਸਾਬਕਾ ਪਤਨੀ ਹੈ ਜਿਹੜੀ ਜਦੋਂ ਚਿੱਠੀ ਲਿਖਦੀ ਆ, ਆਰਟੀਕਲ ਲਿਖਦੀ ਸੀ ਆਪਣੇ ਆਪ ਤੇ ਲਿਖਦੀ, ਕਹਿੰਦੀ ਜੀ ਮੇਰੇ ਬੱਚਿਆਂ ਦੇ ਅੱਬਾ, ਆਪਣੇ ਨਹੀਂ ਕਹਿੰਦੀ, ਮੇਰੇ ਬੱਚਿਆਂ ਦੇ ਅੱਬਾ ਲਿਖਦੀ ਉਹਨੂੰ। ਅੱਛਾ। ਉਹ ਤਾਂ ਫਿਰ ਬੱਚਿਆਂ ਦਾ ਅੱਬਾ ਹੀ ਰਹਿ ਗਿਆ ਨਾ ਜੀ, ਘਰ ਵਾਲਾ ਤਾਂ ਕਹਿ ਨਹੀਂ ਸਕਦਾ। ਬੱਚਿਆਂ ਦੇ ਅੱਬਾ ਰਹਿ ਗਿਆ ਜੀ। ਹਾਂਜੀ, 92-164 ਤੇ ਆਉਣੇ ਹੋ। ਸਤਿ ਸ਼੍ਰੀ ਅਕਾਲ ਜੀ ਅਨਿਲ ਸਾਹਿਬ ਜੀ। ਆਂਦਾ ਸਰ, ਜਿਹੜੀ ਤੁਸੀਂ ਗੱਲ ਕਰ ਰਹੇ ਸੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਲਈ, ਵੀ ਉਹਨਾਂ ਨੇ ਕਿਹਾ ਕਿ ਬਾਦਲ ਦਲ ਲਈ ਹੱਥ ਮਜ਼ਬੂਤ ਕਰੋ। ਤੇ ਜਿਹੜਾ ਇਹ ਜਥੇਦਾਰ ਸਾਹਿਬ ਕਹਿੰਦੇ ਆ ਕਿ ਵੀ ਇੱਕ ਤਾਂ ਮਸੰਦਾਂ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ, ਵੀ ਮਸੰਦਾਂ ਤੋਂ ਬਚੋ। ਇੱਕ ਤਾਂ ਜਥੇਦਾਰ ਸਾਹਿਬ ਨੂੰ ਇਹ ਲਿਖ ਕੇ ਦੱਸ ਦੇਣਾ ਚਾਹੀਦਾ ਕਿ ਮਸੰਦ ਹੈ ਕੌਣ ਹੈ, ਬਾਈ ਨੇਮ ਦੱਸਣਾ ਚਾਹੀਦਾ ਇਹਨਾਂ ਨੂੰ। ਨੰਬਰ 2 ਤੇ ਜਿਹੜਾ ਇਹ ਕਹਿ ਰਹੇ ਨੇ ਕਿ ਕਾਂਗਰਸ ਨੇ 84 ਚ ਅਟੈਕ ਕੀਤਾ ਦਰਬਾਰ ਸਾਹਿਬ ਤੇ, ਵਾਕਈ ਉਹ ਗਲਤ ਸੀਗਾ, ਮੈਂ ਵੀ ਮੰਨਦਾ ਉਸ ਚੀਜ਼ ਨੂੰ। ਪਰ ਉਹ ਹਾਲਾਤ ਪੈਦਾ ਕਿਹਨੇ ਕੀਤੇ ਜੀ? ਕਿਉਂਕਿ ਜੇਕਰ 78 ਦੇ ਵਿੱਚ ਇਹਨਾਂ ਨੇ ਇਨਸਾਫ ਦਿੱਤਾ ਹੁੰਦਾ ਨਿਰੰਕਾਰੀ ਕਾਂਡ ਦਾ, ਤੇ ਹੋ ਸਕਦਾ ਸੰਤ ਜਰਨੈਲ ਸਿੰਘ ਬਟਰਾਲੇ ਇੱਥੋਂ ਤੱਕ ਨਾ ਸਿਸਟਮ ਹੀ ਨਾ ਬਣਦਾ। ਬਿਲਕੁਲ ਪੈਦਾ ਕੀਤਾ ਗਿਆ ਨਾ, ਕਿਉਂਕਿ ਪੈਦਾ ਤਾਂ ਇਹਨੇ ਬਾਦਲ ਨੇ ਖੁਦ ਕੀਤਾ ਜੀ ਉਹ ਸਿਸਟਮ ਸਾਰਾ। ਜਦੋਂ ਨਿਰੰਕਾਰੀ ਮੁਖੀ ਨੂੰ ਆਪਦੀ ਗੱਡੀ ਦੇ ਵਿੱਚ ਬਕਾਇਦਾ ਬਹਾ ਕੇ ਛੱਡ ਕੇ ਹਰਿਆਣੇ ਵਿੱਚ ਦੀ ਕੱਢ ਕੇ ਜਾਂਦੇ ਆ ਉੱਥੋਂ ਤੱਕ, ਫਿਰ ਕੇਸ ਤਬਦੀਲ ਕਰਾਉਂਦੇ ਉੱਥੇ, ਕਦੇ ਇਹਨਾਂ ਨੇ ਪੈਰਵਾਈ ਨਹੀਂ ਕੀਤੀ ਉਹਨਾਂ ਚੀਜ਼ਾਂ ਦੀ ਲਈ ਵੀ ਉਹਨੂੰ ਅਸੀਂ ਇੱਥੇ ਰਹਿ ਕੇ ਸਜ਼ਾ ਦਵਾਵਾਂਗੇ। ਤੇ ਪੈਦਾ ਹਾਲਾਤ ਤਾਂ ਇਹਨਾਂ ਨੇ ਖੁਦ ਕੀਤੇ ਆ। ਤੇ ਹੁਣ ਠੀਕ ਹੈ ਕਿ ਗੱਲ ਜਥੇਦਾਰ ਸਾਹਿਬ ਨੂੰ ਵਰਤ ਕੇ ਤੇ ਵੀ ਜੀ ਮਸੰਦਾਂ ਤੋਂ ਬਚਾਅ ਰੱਖੋ ਤੇ ਮਸੰਦਾਂ, ਫਿਰ ਜਥੇਦਾਰ ਸਾਹਿਬ ਨੂੰ ਚਾਹੀਦਾ ਕਿ ਮਸੰਦਾਂ ਦੇ ਨਾਂ ਜਨਤਕ ਕਰ ਦੇਣ ਵੀ ਭਾਈ ਆਹ ਮਸੰਦ ਹੈ। ਬਿਲਕੁਲ ਜੀ ਭੱਟੀ ਸਾਹਿਬ, ਜਿਹੜੀ ਗੱਲ ਵੀਰ ਜੀ ਤੁਸੀਂ ਗਲਤ ਬਿਲਕੁਲ ਦਰੁਸਤ ਕਹੀ ਹੈ। 1975 ਦੇ ਵਿੱਚ ਇੰਦਰਾ ਗਾਂਧੀ ਐਮਰਜੈਂਸੀ ਲਾਉਂਦੀ ਹੈ ਜੀ, ਬਕਾਇਦਾ ਤੌਰ ਤੇ ਆਪਣੇ ਸਿਪਾਹ ਸਲਾਹ ਜਿਹੜੇ ਸੰਤੋਖ ਸਿੰਘ ਜਥੇਦਾਰ ਸੀ, ਮਨਜੀਤ ਸਿੰਘ ਜੀਕੇ ਦੇ ਫਾਦਰ ਜੀ, ਉਹਨੂੰ ਪੰਜਾਬ ਭੇਜਦੀ ਹੈ। ਪੰਜਾਬ ਭੇਜ ਕੇ ਕਹਿੰਦੀ ਅਕਾਲੀਆਂ ਨਾਲ ਗੱਲ ਕਰ ਵੀ ਮੈਨੂੰ ਆ ਨਿੱਕਰਧਾਰੀ ਸਿੱਧੇ ਕਰ ਲੈਂਦੇ, ਤੁਸੀਂ ਕਿਸੇ ਮੋਰਚਾ ਮਾਤੇ ਨੂੰ ਜੋ ਲੈਣਾ ਜੇ ਲੈ ਲਓ ਤੁਸੀਂ। ਉਸ ਟਾਈਮ ਤੇ ਬਕਾਇਦਾ ਤੌਰ ਤੇ ਤੋੜੇ ਨਾਲ ਕਹਿੰਦੇ ਮੁਲਾਕਾਤ ਸਰ ਨੇ ਕਹਿੰਦੇ ਨਹੀਂ ਹੋਈ, ਲੇਕਿਨ ਮੇਰੇ ਸੋਚ ਸਕੇ ਤੇ ਮੁਲਾਕਾਤ ਹੋਈ ਜੀ।
ਉਹਨੇ ਬਕਾਇਦਾ ਤੌਰ ਤੇ ਜਥੇਦਾਰ ਸੰਤੋਖ ਸਿੰਘ ਨੂੰ ਤੇ ਜਥੇਦਾਰ ਟੌਹੜਾ ਨੂੰ ਇੰਨੀ ਗੱਲ ਕਹੀ ਜੀ, ਵੇਖੋ ਤੁਸੀਂ ਪੰਜਾਬ ਦਾ ਨਾਂ ਖਾਲਿਸਤਾਨ ਰੱਖਣਾ ਤੇ ਮੈਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਪੰਜਾਬ ਜਿਹੜੀ ਜੋ ਕਹਿੰਦੇ ਹੋ ਜੀ ਪੰਜਾਬੀ ਬੋਲਦੇ ਲੱਖ ਲੈਣੇ, ਮੈਨੂੰ ਕੋਈ ਇਤਰਾਜ਼ ਨਹੀਂ। ਭਾਖੜਾ ਡੈਮ ਲੈਣਾ ਲੈ ਲਓ, ਉਹ ਮੈਨੂੰ ਕੋਈ ਇਤਰਾਜ਼ ਨਹੀਂ। ਚੰਡੀਗੜ੍ਹ ਲੈਣਾ ਲੈ ਲਓ, ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਤੁਹਾਨੂੰ ਲਿਖ ਕੇ ਦੇ ਦੇਣੀ, ਤੁਸੀਂ ਆਪਣੀਆਂ ਮੰਗਾਂ ਲਿਓ, ਮੈਂ ਕੋਰੇ ਕਾਈ ਸਾਈਨ ਕਰ ਦੂੰਗਾ। ਇੱਥੋਂ ਤੱਕ ਕਿਹਾ ਸੀ ਉਹਨੇ ਜੀ। ਹੁਣ ਜਦੋਂ ਸਾਡੇ ਦੂਜੇ ਬੰਦੇ ਨੂੰ ਪਤਾ ਲੱਗਾ ਇਹਦੀ ਕਹਿੰਦੇ ਗੱਲ ਕਹਿਤੀ ਵੀ ਜਦੋਂ ਤੁਹਾਡੀ ਇਲੈਕਸ਼ਨ ਹੋਏਗੀ, ਇਲੈਕਸ਼ਨ ਵਿੱਚ ਅਸੀਂ ਆਪਣੇ ਬੰਦੇ ਜਿਹੜੇ ਬੜੇ ਮਾੜੇ ਖੜੇ ਕਰਦੇ, ਤੁਸੀਂ ਆਪਣੀ ਸਰਕਾਰ ਬਣਾ ਲਿਓ। ਹੁਣ ਸਿਆਪਾ ਇੱਥੇ ਆ ਕੇ ਪੈ ਗਿਆ ਵੀ ਜਦੋਂ ਸਾਡੇ ਬਾਕੀ ਲੀਡਰਾਂ ਨੂੰ ਪਤਾ ਲੱਗਿਆ, ਜਿਹਦੇ ਵਿੱਚ ਬਰਨਾਲਾ ਵੀ ਸੀਗੀ, ਬਾਦਲ ਵੀ ਸੀ, ਉਹਦੇ ਚ ਆਪਣਾ ਤਲਵੰਡੀ ਵੀ ਸੀ, ਸਾਰੇ ਲੀਡਰ ਸੀਗੇ। ਇਹਨਾਂ ਸੋਚਿਆ ਵੀ ਮੁੱਖ ਮੰਤਰੀ ਤੇ ਫਿਰ ਟੌਹੜਾ ਬਣ ਗਿਆ, ਸਾਡੇ ਬੰਦੇ ਕੀ ਪੈਣਾ। ਇਹਨਾਂ ਬਕਾਇਦਾ ਤੌਰ ਤੇ ਫਿਰ ਮੋਰਚਾ ਅਨਾਉਂਸ ਕਰਾਤਾ ਤੇ ਟੌਹੜੇ ਨੂੰ ਫਿਰ ਸਾਥ ਦੇਣਾ ਪਿਆ ਉਹਦਾ। ਤੇ ਟੌਹੜੇ ਨੇ ਫਿਰ ਪਹਿਲਾਂ ਸਭ ਤੋਂ ਕਿਹਾ ਸੀ ਵੀ ਜਥੇਦਾਰ ਸੰਤੋਖ ਸਿੰਘ ਗਦਾਰ ਆ ਜੀ। ਤੇ ਜੇ ਉਦੋਂ ਮੰਨ ਜਾਂਦੇ ਨਾ 1978 ਦਾ ਕਾਂਡ ਨਾ 84 ਹੁੰਦਾ ਤੇ ਅੱਜ ਨੂੰ ਸਾਡੇ ਪੰਜਾਬ ਦੀ ਦਿਸ਼ਾ ਨੁਹਾਰ ਹੀ ਹੋਰ ਹੁੰਦੀ ਸੀ, ਨੁਹਾਰ ਹੀ ਹੋਰ ਹੋਣੀ ਸੀ। ਜਦੋਂ 78 ਦਾ ਕਾਂਡ ਹੋਇਆ, ਬਕਾਇਦਾ ਤੌਰ ਤੇ ਜਦੋਂ ਉਹ ਬੰਦੇ ਖੰਡ ਕੀਤੀ ਜਥੇ ਦੇ ਤੇ ਨਾਲ 3-4 ਬੰਦੇ ਟਕਸਾਲ ਦੇ ਸੀਗੇ, ਉਹਨਾਂ ਨੂੰ ਰੋਕਣ ਆਇਆ ਹੈ ਵੀ ਤੁਸੀਂ 7 ਸਿਤਾਰੇ ਨਹੀਂ ਬਣਾ ਸਕਦੇ, ਸਾਡੇ 5 ਪਿਆਰੇ ਨੇ, ਤੁਸੀਂ ਮਰਿਆਦਾ ਦੀ ਉਲੰਘਣਾ ਕਰੇ ਸਾਡੀ ਦੀ ਜੀ। ਬਕਾਇਦਾ ਤੌਰ ਤੇ ਸਿਟੀ SHO ਨੂਰ ਸਿੰਘ ਸੀਗਾ, ਉਹ ਉਹਨਾਂ ਨੂੰ ਫੜ ਕੇ ਲੈ ਗਿਆ ਥਾਣੇ ਜੀ ਵੀ ਝਗੜਾ ਨਾ ਹੋ ਜਾਵੇ। DIG ਇੰਟੈਲੀਜੈਂਸ ਨੇ ਪਹਿਲਾਂ ਕਹਿਤਾ ਸੀ ਵੀ ਇੱਥੇ ਬੰਦੇ ਮਰ ਸਕਦੇ, ਝਗੜਾ ਹੋ ਸਕਦਾ, ਸਮਾਗਮ ਨਾ ਹੋਣ ਦਿਓ, ਇਜਾਜ਼ਤ ਸੀ ਉਹਨਾਂ ਨੂੰ। ਜਦੋਂ ਉਹ ਫੜ ਕੇ ਲੈ ਗਿਆ, ਉਹਨੂੰ ਥਾਣੇ ਬਿਠਾ ਲਿਆ ਵੀ ਤੁਸੀਂ ਨਹੀਂ ਜਾਣਾ ਉੱਥੇ, ਵੀ ਚੱਲਦੇ ਕਿਸੇ ਤਰੀਕੇ ਨਾਲ ਝਗੜਾ। ਉਹਦੀ ਦਿੱਤਾ ਉਹਦੀ ਜੋਸ਼ੀ ਓਮ ਪ੍ਰਕਾਸ਼ ਦੱਤਾ ਜਿਹੜਾ ਜੋਸ਼ੀ ਸੀ, ਉਹ ਬਕਾਇਦਾ ਤੌਰ ਤੇ DSP ਆਇਆ ਨਾ, ਕਹਿੰਦੀ ਭਾਈ ਇੱਥੇ ਉਹ ਕਹਿੰਦਾ ਏਦਾਂ ਉੱਥੇ ਗਿਆ ਸੀ ਝਗੜਾ ਕਰਨਾ, ਜਾਣਦੇ ਤੈਨੂੰ ਕੀ ਕਹਿੰਦੇ ਜੀ। ਉਹ DSP ਨੇ ਆ ਕੇ ਛੱਡ ਦਿੱਤੇ ਬੰਦੇ ਤੇ ਫਿਰ ਝਗੜਾ ਆਇਆ ਤੇ ਫਿਰ 17 ਬੰਦੇ ਮਰੇ ਉੱਥੇ। ਉਹ ਕਿਹਦੀ ਦੇਣ ਸੀਗੀ ਜੀ। ਅਗਲਾ ਇੱਥੇ ਆਇਆ, ਜੀਵਨ ਸਿੰਘ ਉਮਰਾ ਨੰਗਲ ਨੇ ਆਪਣੀ ਗੱਡੀ 'ਚ ਬਿਠਾ ਕੇ ਮਾਲ ਮੰਤਰੀ ਉਹਨੂੰ ਹਰਿਆਣੇ ਛੱਡ ਕੇ ਆਇਆ, ਦਿੱਲੀ ਛੱਡ ਕੇ ਆਇਆ, ਮੁੜ ਕੇ ਕੇਸ ਟ੍ਰਾਂਸਫਰ ਕੀਤਾ, ਉਹ ਬਰੀ ਹੋਇਆ। ਤੇ ਫਿਰ ਸਿੱਖਾਂ ਨੇ ਆਪਣੇ ਤਰੀਕੇ ਨਾਲ ਆਪਣਾ ਜਿਹੜਾ ਇਨਸਾਫ ਲਿਆ। ਉਹਦੇ ਜ਼ਿੰਮੇਵਾਰ ਕੌਣ ਨੇ ਜੀ? ਇਹ ਸਾਰੇ ਜਿਹੜੇ ਲੇਖਾ ਜੋਖਾ ਹੋਣਾ ਚਾਹੀਦਾ ਜੀ, ਜੋ ਵੀ ਹੈ। ਬਿਲਕੁਲ। ਇੱਕ ਹੋਰ ਕਾਲ ਲੈਣੇ, ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਜੀ। 92-164 ਤੇ ਆਉਣੇ ਰੋਈ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਧੰਨਵਾਦ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਹਾਂਜੀ, ਜਿਹੜੀਆਂ ਮੁਸਲਮਾਨ ਬੀਬੀਆਂ ਦੀਆਂ ਖੋਪੀਆਂ ਲਾ ਕੇ ਉਹ ਨਿਲਾਮੀ ਤਰ੍ਹਾਂ ਜੋ ਕੁਛ ਕੀਤਾ, ਉਹ ਮੁਲਕ ਵਿੱਚ ਇਹ ਗੱਲ ਜਿਹੜੀ ਹੈ ਇਹ ਅੱਜ ਤਾਂ ਉੱਚਾ ਹੋਇਆ, ਕੱਲ੍ਹ ਨੂੰ ਕਿਸੇ ਦੀ ਬਾਰੀ ਚਾਹੂਗੀ ਉਹ ਚੁੱਪ ਚੁੱਕੇ ਹੋ ਗਿਆ। ਆਪਣੇ ਆਪ ਨੂੰ ਜਿਹੜਾ ਕਹਿੰਦਾ ਹੈ, ਜਿਹੜਾ ਖਾਤਰ ਲੜਦਾ ਹੈ, ਮਿਹਰਬਾਨੀ ਜੀ, ਸ਼ੁਕਰੀਆ। ਤੁਹਾਡੀ ਆਵਾਜ਼ ਪੂਰੀ ਕਰਦੀ ਹੈ। ਤੁਸੀਂ ਗੱਲ ਬੀਬੀਆਂ ਦੀ ਕੀਤੀ ਸੀਗੀ। ਅਸੀਂ ਕੱਲ੍ਹ ਮੈਂ ਤੇ ਇੰਨਾ ਕੁ ਮੈਨੂੰ ਪਤਾ ਲੱਗਿਆ ਵੀ ਜਿੰਨੀ ਕੁ ਅਸੀਂ ਕੱਲ੍ਹ ਮੈਂ ਤੇ ਸ਼ਿਵਿੰਦਰ ਨੇ ਗੱਲ ਕਾਫੀ ਕਲੀਅਰ ਕੀਤੀ ਸੀਗੀ ਪੱਟੀ ਸਾਹਿਬ ਤੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪੱਟੀ ਸਾਹਿਬ ਤੁਹਾਡਾ। ਮੈਂ ਅਗਲੀ ਗੱਲ ਪੂਰੀ ਕਰਦਾ ਜੀ। ਉਹ ਬਕਾਇਦਾ ਤੌਰ ਤੇ ਜਦੋਂ ਇਹ ਘਟਨਾ ਵਾਪਰ ਗਈ ਤੇ 18 ਅਗਸਤ ਜੀ 1978 ਨੂੰ ਬਕਾਇਦਾ ਤੌਰ ਤੇ ਰੱਖੜ ਪੁੰਨਿਆਂ ਦੇ ਮੇਲੇ ਦੇ ਉੱਤੇ ਜਿਹੜਾ ਸੀ ਸੰਤ ਭਿੰਡਰਾਂ ਵਾਲਿਆਂ ਨੇ ਇੰਨੀ ਗੱਲ ਕਹੀ ਸੀ ਵੀ ਅੰਮ੍ਰਿਤਸਰ 'ਚ ਅਸੀਂ ਨਿਰੰਕਾਰੀ ਭਵਨ ਨਹੀਂ ਚੱਲਣ ਦੇਵਾਂਗੇ। ਤੇ ਸਟੇਜ ਤੇ ਬੈਠੇ ਮਾਲ ਮੰਤਰੀ ਜੀਵਨ ਸਿੰਘ ਉਮਰਾ ਨੰਗਲ ਨੇ ਇੰਨੀ ਗੱਲ ਕਹੀ ਸੀ ਵੀ ਚੰਗਾ ਸਾਦਾ ਤੂੰ ਉੱਥੇ ਆਈ, ਮੇਰੇ ਗੋਲੀਆਂ ਧਰੇਕ ਜੀ ਨੂੰ ਕੱਢਦਾ ਮੈਂ। ਸਾਰੀ ਸੰਗਤ ਭੜਕ ਪਈ ਸੀਗੀ ਜੀ। ਪ੍ਰਧਾਨ ਹੈਗਾ ਸੀ ਜਗਦੇਵ ਸਿੰਘ ਤਲਵੰਡੀ ਤੇ ਮੁੱਖ ਮੰਤਰੀ ਹੈਗਾ ਸੀ ਪ੍ਰਕਾਸ਼ ਸਿੰਘ ਬਾਦਲ, ਵੀ ਉੱਥੇ ਬੈਠੇ ਸੀਗੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੰਨੀ ਗੱਲ ਕਹੀ ਤਲਵੰਡੀ ਸਾਹਿਬ ਨੂੰ, ਤਲਵੰਡੀ ਸਾਹਿਬ ਜਾ ਕੇ ਸੰਤ ਨੂੰ ਕਹੋ ਸੰਗਤ ਨੂੰ ਬਿਠਾਵਾ, ਜੇ ਮਾਰ ਦੇਣਗੇ ਸਾਨੂੰ ਇੱਥੇ ਜੀ। ਉਹ ਕਹਿੰਦਾ ਤੇਰਾ ਮੂੰਹ ਦੁਖਦਾ, ਤੂੰ ਜਖਮੀ ਜਾ ਕੇ ਕਹਿ ਦੇ। ਤੇ ਮੁੱਖ ਮੰਤਰੀ ਜਾ ਕੇ ਸੰਤ ਭਿੰਡਰਾਂ ਕੋਲ ਜਾ ਕੇ ਬੇਨਤੀ ਕੀਤੀ ਸੀ ਤੇ ਉਹਨਾਂ ਦੇ ਸੰਗਤ ਨੂੰ ਕਿਹਾ ਸੀ ਬਹਿ ਜਾਓ ਸੰਗਤ ਜੀ, ਆਪਾਂ ਦੁਬਾਰਾ ਗੱਲ ਕਰ ਲਾਂਗੇ, ਕੋਈ ਗੱਲ ਨਹੀਂ, ਜੋ ਗੱਲਾਂ ਕਿਹਾ ਆਪੋ ਦੁਬਾਰਾ ਆਪਣੀ ਮਾਫੀ ਮੰਗ ਲੈਣਗੇ।
ਤਾਂ ਜਾ ਕੇ ਸੰਗਤ ਸ਼ਾਂਤ ਹੋਈ ਸੀ ਉੱਥੇ ਜੀ। ਤੇ ਮੁੜ ਕੇ ਬਕਾਇਦਾ ਤੌਰ ਤੇ ਜਦੋਂ 1979 ਦੀਆਂ ਚੋਣਾਂ ਹੋਈਆਂ SGPC ਦੀਆਂ, ਤੇ ਉਸੇ ਉਮਰਾ ਨੰਗਲ ਨੇ ਜਿਹੜਾ ਕਹਿੰਦਾ ਸੀ ਨਾ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦੇ ਟਾਈਮ ਤੇ ਜਦੋਂ ਉਹਨਾਂ ਦੀ ਡੈਥ ਹੋਈ ਸੀਗੀ ਜੀ, ਕਹਿੰਦਾ ਸੀ ਇਸ ਪਰਿਵਾਰ ਵਾਸਤੇ, ਸੰਤ ਕਰਤਾਰ ਸਿੰਘ ਦੇ ਪਰਿਵਾਰ ਵਾਸਤੇ ਅਸੀਂ ਸ਼ਹਾਦਤਾਂ ਦੇ ਦਿਆਂਗੇ। ਉਹਨੇ ਮੁੜ ਕੇ ਬਕਾਇਦਾ ਤੌਰ ਤੇ ਉਹਨੇ ਕਿਹਾ ਜੀ ਮੈਂ ਇਲੈਕਸ਼ਨ ਲੜਨੀ ਹੈ SGPC ਦੀ। ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਕਿਹਾ ਤੂੰ MLA ਤੇ ਮੰਤਰੀ, ਤੂੰ ਇਲੈਕਸ਼ਨ ਨਹੀਂ ਲੜ ਸਕਦਾ। ਉਹਨੇ ਮੰਤਰੀਸ਼ਿਪ ਤੋਂ ਇਲੈਕਸ਼ਨ ਅਸਤੀਫਾ ਦੇ ਕੇ ਫਿਰ ਇਲੈਕਸ਼ਨ ਲੜੀ ਸੀ SGPC ਦੀ ਜੀ, ਕਿਉਂਕਿ ਬਿਆਸ ਹਲਕੇ ਤੋਂ ਭਾਈ ਅਮਰੀਕ ਸਿੰਘ ਖੜੇ ਸੀ ਉਹਨੂੰ ਹਰਾਉਣ ਵਾਸਤੇ, ਹਰਾਇਆ ਫਿਰ ਉਹਨੇ। ਇਹ ਤੇ ਕਿਰਦਾਰ ਇਹਨਾਂ ਦਾ ਜੀ। ਸੋ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਫਿਲਹਾਲ ਬ੍ਰੇਕ ਦਾ ਸਮਾਂ, ਤੇ ਫਿਰ ਹਾਜ਼ਰ ਹੁੰਦੇ ਤੁਹਾਡੇ ਨਾਲ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।